ਮਸਲਾ ਇਕੱਲੇ ਅੱਜ ਦਾ ਨਹੀਂ ਗਾ, ਮਸਲਾ ਪਾਣੀਆਂ ਦਾ ਲੰਮੇ ਸਮੇਂ ਤੋਂ ਚੱਲਿਆ ਔਰ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਇਹਦੇ ਉੱਤੇ ਰਾਜਨੀਤੀ ਤਾਂ ਹੋਈ ਜੀ, ਪਰ ਪੰਜਾਬ ਦੀਆਂ ਧਿਰਾਂ ਨੇ ਸੁਰਤ ਤਰੀਕੇ ਨਾਲ ਭੂਮਿਕਾ ਨਹੀਂ ਨਿਭਾਈ, ਜਿਹਦਾ ਨਤੀਜਾ ਅਸੀਂ ਅੱਜ ਭੋਗ ਰਹੇ ਹਾਂ। ਜੀ, ਇੱਕ ਕੇਂਦਰ ਵੱਲੋਂ BBMB ਨੂੰ ਆਈ ਚਿੱਠੀ ਕਿ ਭਾਈ ਹਿਮਾਚਲ ਨੂੰ NOC ਮੰਗਣ ਦੀ ਲੋੜ ਨਹੀਂ ਹੋਇਆ ਕਰੂਗੀ, ਉਹ ਪਾਣੀ ਆਪਣੇ ਹਿਸਾਬ ਨਾਲ ਆਪੇ ਵਰਤ ਲੂਗਾ, ਉਸ ਨੂੰ ਬਿਜਲੀ ਦੇ ਲਈ ਵਾਧੂ ਪਾਣੀ ਜਿੰਨਾ ਲੋੜ ਹੈ ਉਹ ਰੱਖ ਲੂਗਾ। ਉਹ ਜਿਹੜਾ ਹਵਾਲਾ ਦਿੱਤਾ, ਉਸ ਚਿੱਠੀ ਦਾ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। BBMB ਹੈ ਕੀ? ਇੱਕ ਮੈਨੇਜਮੈਂਟ ਬੋਰਡ, ਉਹਦਾ ਕੰਮ ਮੈਨੇਜ ਕਰਨਾ, ਉਹਦਾ ਕੰਮ ਫੈਸਲੇ ਕਰਨਾ ਨਹੀਂ ਹੈ। ਇਹ ਮਸਲਾ 15 ਮਈ ਦਾ ਸਾਹਮਣੇ ਆ ਗਿਆ ਸੀ ਤੇ ਤੁਸੀਂ ਜਵਾਬ ਦੇ ਰਹੇ ਹੋ 14 ਜੂਨ ਨੂੰ, ਤੇ ਇੱਕ ਮਹੀਨਾ ਕੀ ਕੀਤਾ? ਮਤਲਬ ਮੈਨੂੰ ਇੰਨਾ ਕੁ ਧਿਆਨ 'ਚ ਹੈਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜਿਹੜੀ ਸੋਚ ਸ਼ਕਤੀ ਹੈ, ਜਿਹੜੀ ਲਿਖਣ ਦੀ ਕਲਾ ਹੈ, ਜਿਹੜੀ ਕਲਾਕਾਰੀ ਵਾਲੀ ਕਲਾ ਹੈ, ਉਹ ਤੁਰੰਤ ਐਕਟ ਕਰਦੀ ਹੈ ਕਿ ਅਜੇ ਤੱਕ ਪਾਣੀਆਂ ਦੀ ਨਪਾਈ ਤੁਲਾਈ ਮਿਣਤੀ ਹੋਈ ਹੋ ਨਹੀਂ ਗਈ ਸਾਡੀ ਮੁੜ ਕੇ ਕਿ ਭਾਈ ਸਾਡੇ ਕੋਲ ਜਿਹੜਾ ਬਚਦਾ ਸਾਰੇ ਨੂੰ ਦੇਖਿਓ ਕੀ ਬਚ ਰਿਹਾ, ਕਿਉਂਕਿ ਹਰੇਕ ਸੂਬੇ ਨੂੰ ਤੈਅ ਕਰਤਾ ਜੀ ਕਿ ਇਹਨਾਂ ਨੂੰ ਇੰਨਾ ਤਾਂ ਜਾਣਾ ਹੈ, ਇੰਨਾ ਦਿੱਲੀ ਨੂੰ ਦੇ ਦਿਓ, ਇੰਨਾ ਰਾਜਸਥਾਨ ਨੂੰ ਦੇ ਦਿਓ, ਇੰਨਾ ਹਰਿਆਣਾ ਨੂੰ ਦੇ ਦਿਓ, ਉਹ ਜਾ ਰਿਹਾ। ਉਹ 'ਚ ਵੀ ਰੌਲਾ ਪੈਂਦਾ ਕਿ ਤੈਅ ਤੋਂ ਵੱਧ ਜਾਈ ਜਾਂਦਾ, ਪਰ ਜੇ ਉਹ ਤੈਅ ਵਾਲਾ ਵੀ ਜਾਂਦਾ ਹੈ ਜਤਿੰਦਰ ਜੀ, ਤੇ ਪਾਣੀ ਦੀ ਆਮਦ ਘੱਟ ਰਹੀ ਹੈ ਤਾਂ ਫਿਰ ਬਚਿਆ ਘੱਟ ਹਿੱਸਾ ਕਿਹਦੇ ਕੋਲ? ਆ ਹੁਣ ਸੈਸ਼ਨ ਬੁਲਾਉਣਾ 19-20 ਤਰੀਕ ਨੂੰ, ਆਪਾਂ ਕੱਲ੍ਹ ਵੀ ਗੱਲ ਕਰਕੇ ਹਟੇ ਆ, ਆਪਾਂ ਫਿਰ ਵੀ ਗੱਲ ਕਰਾਂਗੇ ਅੱਜ ਹੋਰ ਪਹਿਲੂ ਤੇ ਵੀ ਕਿ ਉਹ ਸੈਸ਼ਨ ਕਹਿੰਦੇ ਜੀ ਕੇਜਰੀਵਾਲ ਦਾ ਮਸਲਾ ਹੈ, ਉਹਨਾਂ ਨੂੰ ਆਰਡੀਨੈਂਸ ਦਾ ਮਸਲਾ ਹੈ, ਪਾਣੀਆਂ ਦੇ ਮਸਲੇ ਤੇ ਕਿਉਂ ਨਹੀਂ? ਸੱਚੇ ਪਹਿਲੇ ਵੀ ਨਹੀਂ, ਜਿਨ੍ਹਾਂ ਨੇ ਟੱਕ ਲਵਾਏ, ਜਿਨ੍ਹਾਂ ਨੇ ਕਈਆਂ ਫੜਾਈਆਂ, ਉਹੀ ਪਾਰਟੀਆਂ ਪਾਣੀਆਂ ਦੇ ਰਾਖੇ ਬਣਨ ਨੂੰ ਫਿਰਦੇ ਨੇ, ਚਾਹੇ ਉਹ ਬਾਦਲ ਹੈ, ਚਾਹੇ ਉਹ ਕੈਪਟਨ ਅਮਰਿੰਦਰ ਹੈ, ਉਹੀ ਪਾਣੀਆਂ ਦੇ ਰਾਖੇ ਕਹਿੰਦੇ ਸੀ। ਅਸੀਂ ਇਸ ਵੇਲੇ ਦਾ ਭੋਗ ਪਾਤਾ, ਆਪੇ ਪਟਵਾਈ, ਆਪੇ ਪੰਜਾਬ ਦੇ ਗਲੇ ਕਲੇਸ਼ ਪਵਾਇਆ ਹੈ, ਆਪੇ ਚਾਹੇ ਉਹ ਇੰਦਰਾ ਨਾਲ ਜਾਣਾ ਤੇ ਚਾਹੇ ਕੇਂਦਰ ਨਾਲ ਖੜਨਾ। ਤੇ ਹੁਣ ਲੁਧਿਆਣਾ ਦੀ ਇਹ ਖਬਰ ਹੈ ਜਿੱਥੇ ਕੰਪਨੀ ਦੇ ਵਿੱਚੋਂ 6 ਕਰੋੜ ਰੁਪਏ ਦੀ ਵੱਡੀ ਵਾਰਦਾਤ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਉਹ ਦੋਸ਼ੀ ਫੜੇ ਵੀ ਗਏ ਨੇ ਤੇ ਅੱਧੇ ਫਰਾਰ ਵੀ ਨੇ, ਪਰ ਰਕਮ ਨੂੰ ਲੈ ਕੇ ਕਾਫੀ ਰੌਲਾ ਪੈ ਰਿਹਾ ਹੈ ਕਿ ਨਾ ਉਹ ਫਿਲਮਾਂ 'ਚ ਕਈ ਵਾਰ ਉਹ ਸੀਨ ਜਿਹਾ ਹੁੰਦਾ, ਕਹਿੰਦੇ ਕਿ ਡਾਕੂਆਂ ਨੇ ਬੈਂਕ ਲੁੱਟ ਲਿਆ ਤੇ ਬੈਂਕ ਲੁੱਟ ਕੇ ਜਦੋਂ ਭੱਜਣ ਲੱਗੇ ਤਾਂ ਇੱਕ ਉੱਥੀ ਬੋਰੀ 'ਚ ਬਾਹਰ ਬੈਠ ਕੇ ਗਿਣ ਲੱਗਾ। ਉਹ ਕਹਿੰਦਾ ਉਹ ਗਿਣਦਾ ਕਿਉਂ? ਕਹਿੰਦਾ ਪਤਾ ਤਾਂ ਦੇਖ ਲਈ ਕਿੰਨੇ ਲੁੱਟੇ। ਕਹਿੰਦਾ ਨਾ ਸਵੇਰ ਨੂੰ ਅਖਬਾਰ 'ਚ ਪੜ੍ਹ ਲਈ, ਪਤਾ ਲੱਗ ਜਾਣਾ ਕਿੰਨੇ ਜੀ। ਉਹ ਪਰ ਹੁਣ ਅਖਬਾਰ 'ਚ ਵੱਧਦਾ ਜਾਂਦੇ, ਹੁਣ ਕੀ ਕਰੀਏ? ਉਹ ਕਹਿੰਦਾ ਕਿ ਸਵੇਰ ਨੂੰ ਪਤਾ ਲੱਗਿਆ ਤਾਂ ਬੈਂਕ ਵਾਲੇ ਨੇ ਜਿਹੜੇ ਆਪ ਗੋਲਮਾਲ ਕੀਤਾ ਸੀ ਉਹ ਵੀ ਪਾ ਕੇ ਇੰਨੇ ਲੁੱਟ ਕੇ ਲੈ ਗਏ ਜੀ। ਹੁਣ ਇੱਥੇ ਵੀ ਉਹੋ ਜਿਹਾ ਹੀ ਰੌਲਾ ਪੈ ਰਿਹਾ। ਇਹ ਫਿਲਮੀ ਸੀਨ ਹੈ ਨਾ, ਉਸੇ ਨੂੰ ਹਕੀਕਤ 'ਚ ਫਿਲਮਾਂ ਤੋਂ ਹੀ ਕੋਈ ਡਾਕੂਮੈਂਟਰੀ, ਕੋਈ ਵੈਬ ਸੀਰੀਜ਼ ਉਹ ਜਿਹੜੀ ਬਣਦੀ ਹੈ ਉਹ ਸਮਾਜ ਦੇ ਵਿੱਚੋਂ ਕਿਸੇ ਘਟਨਾ 'ਤੇ ਆਧਾਰਿਤ ਹੁੰਦੀ ਹੈ, ਪਰ ਉਹ ਘਟਨਾ ਕਿਸੇ ਇੱਕ ਖੇਤਰ ਦੀ, ਕਿਸੇ ਇਲਾਕੇ ਦੀ, ਕਿਸੇ ਸ਼ਹਿਰ ਦੀ, ਕਿਸੇ ਮੁਲਕ ਦੀ ਹੁੰਦੀ ਹੈ ਤੇ ਉਹ ਘਟਨਾ ਕਈ ਵਾਰ ਮਤਲਬ ਸੀਮਤ ਹੁੰਦੀ ਹੈ, ਪਰ ਉਹ ਫਿਲਮ ਵੀਡੀਓ ਉਹਨੂੰ ਪ੍ਰਸਾਰਿਤ ਕਰ ਦਿੰਦੀ ਹੈ ਕਿ ਭਾਈ ਦੇਖਿਓ ਐਂ ਵੀ ਠੱਗੀ ਵੱਜਦੀ ਹੈ। ਜਿਹੜੀ ਇਹਨਾਂ ਦੀ ਮੁਖੀ ਉਹ ਡਾਕੂ ਹਸੀਨਾ ਅੱਜ ਕੱਲ੍ਹ ਖਾਸਾ ਚਰਚਿਤ ਨਾਂ ਹੈ, ਵੈਸੇ ਤਾਂ ਉਹਦਾ ਬੀਬੀ ਦਾ ਨਾਂ ਸੰਦੀਪ ਕੌਰ ਹੈ ਤੇ ਉਹਦਾ ਵਿਆਹ ਵੀ ਖਾਸਾ ਚਰਚਿਤ ਤਰੀਕੇ ਨਾਲ ਹੋਇਆ ਵਾ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਕਾਰੇ ਵੀ ਹੋਏ ਜਿਹੇ ਨੇ, ਕਿਤੇ ਵਕੀਲ ਦੱਸਦੇ ਨੇ, ਕਿਤੇ ਸੋਸ਼ਲ ਵਰਕਰ ਦੱਸਦੇ ਨੇ, ਕਿਤੇ ਜੀ ਉਹ ਮਤਲਬ ਕਿਸੇ ਦੇ ਰੇਪ ਦਾ ਕੇਸ ਵੀ ਪਾਇਆ ਵਾ। ਉਸੇ ਮਾਮਲੇ 'ਚ ਜਾਂਦੀ ਹੁੰਦੀ ਸੀ ਕੋਰਟ ਕਚਹਿਰੀ, ਉੱਥੇ ਆ ਟੱਕਰ ਗਿਆ ਉਹਨੂੰ ਕੈਸ਼ ਬੈਨ ਵਾਲਾ, ਤੇ ਕੈਸ਼ ਬੈਨ ਵਾਲੇ ਨੂੰ ਕਹਿੰਦੀ ਕਿ ਆਹ ਵੈਬ ਸੀਰੀਜ਼ ਦੇਖ। ਉਹਨੇ ਵੈਬ ਸੀਰੀਜ਼ ਦੇਖੀ, ਕਹਿੰਦੀ ਠੀਕ ਹੈ ਇੱਦਾਂ ਕਰੀਏ ਚੋਰੀ, ਤੇ ਉਹ ਕਹਿੰਦਾ ਠੀਕ ਹੈ, ਬੰਦੇ ਹੋਰ ਲੋੜ ਪੈਣੀ, ਫਿਰ ਕਹਿੰਦੀ ਹੋਰ ਬੁਲਾ ਲਏ, ਉਹਨਾਂ ਨੂੰ ਵੈਬ ਸੀਰੀਜ਼ ਦਿਖਾ ਕਿ ਇੱਦਾਂ ਕਰਨੀ ਹੈ। ਸੋ ਪਹਿਲਾਂ ਤਾਂ ਕਲਾਸ ਲਾਉਂਦੀ ਸੀ ਵੈਬ ਸੀਰੀਜ਼ ਦੀ ਕਿ ਅਸੀਂ ਤਾਂ 6 ਕਰੋੜ ਲੁੱਟਿਆ ਜੀ, 6 ਕਰੋੜ 33 ਲੱਖ ਤੇ ਉਧਰ ਕੰਪਨੀ ਦੇ ਅਧਿਕਾਰੀ ਕਹਿੰਦੇ ਨਹੀਂ ਜੀ 8 ਕਰੋੜ 49 ਲੱਖ ਹੈ। ਹੁਣ ਉਹ ਕਹਿੰਦੇ 8.5 ਕਰੋੜ ਹੈ, ਇਹ ਕਹਿੰਦੇ 6 ਕਰੋੜ 33 ਲੱਖ। ਹੁਣ ਵਿੱਚ ਵਾਲਾ ਮਾਲ ਕੌਣ ਛਕ ਰਿਹਾ? ਇੱਕ ਵਾਰ ਡਾਕੂਆਂ ਨੇ ਜੀ ਬੱਸ ਲੁੱਟ ਲਈ, ਜਦੋਂ ਬੱਸ ਲੁੱਟੀ ਉਤਰਨ ਲੱਗੇ ਡਾਕੂਆਂ ਦਾ ਮੁਖੀ ਕਹਿੰਦਾ ਜਦੋਂ ਸਮਾਨ ਇਕੱਠਾ ਹੋ ਗਿਆ ਉਹਦੇ ਕੋਲ, ਕਹਿੰਦਾ ਮੋੜ ਦੋ ਵੀ ਕਲੀ ਸਵਾਰੀ ਨੂੰ ਸਾਰਾ ਸਮਾਨ। ਉਹ ਕਹਿੰਦੇ ਜੀ ਇੰਨੀ ਮਿਹਨਤ ਨਾਲ ਲੁੱਟੀ ਆ, ਮਸਾਂ ਇਕੱਠਾ ਕੀਤਾ, ਕਿਸੇ ਦੇ ਛਿੱਤਰ ਮਾਰੇ, ਕਿਸੇ ਨੂੰ ਡਰਾਇਆ, ਆ ਤੁਸੀਂ ਕਹਿੰਦੇ ਮੋੜ ਦਿਓ। ਉਹ ਕਹਿੰਦਾ ਜਿੰਨਾ ਪੁਲਿਸ ਨਾਲ ਸੌਦਾ ਕਰਕੇ ਆਏ ਆ ਕਿ ਇੰਨਾ ਹਿੱਸਾ ਦੇਣਾ, ਉਹਦੇ ਨਾਲ ਅੱਧਾ ਨਹੀਂ ਆਪਾਂ ਨੂੰ ਪੱਲਿਓਂ ਪਾ ਕੇ ਦੇਣਾ ਪੈਣਾ, ਇਸ ਆਪਾਂ ਲੁੱਟਣੀ ਹੋਣੀ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ।
ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪਕ ਜੀ, ਮਸਲਾ ਪਾਣੀਆਂ ਦਾ, ਚਾਹੇ ਉਹ SYL ਦਾ ਹੋਵੇ ਜਾਂ ਫਿਰ ਹੁਣ ਜੋ ਮੌਜੂਦਾ ਮੁੱਦਾ ਚੱਲ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੇਣ ਦਾ ਹੋਵੇ, ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਵੱਲੋਂ ਤੇ ਨਾਲ ਹੀ NOC ਦੀ ਜੋ ਸ਼ਰਤ ਹਟਾਈ ਗਈ ਹੈ ਉਸ ਤੇ ਕਾਫੀ ਇਤਰਾਜ਼ ਵੀ ਜਤਾਇਆ ਗਿਆ ਤੇ ਦੂਜੇ ਪਾਸੇ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਕਿ ਅਸੀਂ ਪੰਜਾਬ ਵਾਲਿਆਂ ਦੇ ਨਾਲ ਗੱਲਬਾਤ ਕਰਾਂਗੇ ਇਸ ਮਸਲੇ ਨੂੰ ਲੈ ਕੇ। ਆਖਰ ਇਹ ਹੱਲ ਕਿਵੇਂ ਹੋ ਸਕਦਾ ਹੈ? ਮਸਲਾ ਵੱਡਾ ਸਵਾਲ ਹੈ। ਬਿਲਕੁਲ, ਮਸਲਾ ਇਕੱਲੇ ਅੱਜ ਦਾ ਨਹੀਂਗਾ, ਮਸਲਾ ਪਾਣੀਆਂ ਦਾ ਲੰਮੇ ਸਮੇਂ ਤੋਂ ਚੱਲਿਆ ਆਉਂਦਾ ਹੈ ਔਰ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਇਹਦੇ ਉੱਤੇ ਰਾਜਨੀਤੀ ਤਾਂ ਹੋਈ ਜੀ, ਪਰ ਪੰਜਾਬ ਦੀਆਂ ਧਿਰਾਂ ਨੇ ਸੁਰਤ ਤਰੀਕੇ ਨਾਲ ਭੂਮਿਕਾ ਨਹੀਂ ਨਿਭਾਈ, ਜਿਹਦਾ ਨਤੀਜਾ ਅਸੀਂ ਅੱਜ ਭੋਗ ਰਹੇ ਹਾਂ ਜੀ। ਹਾਂ, ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਕੇਂਦਰ ਵੱਲੋਂ BBMB ਨੂੰ ਆਈ ਚਿੱਠੀ ਕਿ ਭਾਈ ਹਿਮਾਚਲ ਨੂੰ ਹੁਣ NOC ਮੰਗਣ ਦੀ ਲੋੜ ਨਹੀਂ ਹੋਇਆ ਕਰੂਗੀ, ਉਹ ਪਾਣੀ ਆਪਣੇ ਹਿਸਾਬ ਨਾਲ ਆਪੇ ਵਰਤ ਲੂਗਾ, ਉਸ ਨੂੰ ਬਿਜਲੀ ਦੇ ਲਈ ਵਾਧੂ ਪਾਣੀ ਜਿੰਨਾ ਲੋੜ ਹੈ ਉਹ ਰੱਖ ਲੂਗਾ। ਉਹ ਜਿਹੜਾ ਹਵਾਲਾ ਦਿੱਤਾ, ਉਸ ਚਿੱਠੀ ਦਾ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਉਹਨਾਂ ਨੇ ਕਿਹਾ ਕਿ ਤੁਸੀਂ BBMB ਨੂੰ ਵਿੱਚ ਪਾਰਟੀ ਬਣਾ ਕੇ ਕਿਵੇਂ ਕਹੀ ਜਾਂਦੇ ਹੋ ਕਿ BBMB ਨੂੰ ਆਹ ਅਧਿਕਾਰ ਹੈ, ਉਹ ਅਧਿਕਾਰ ਨਹੀਂ ਹੈ, ਕਲੀਨ ਚਿੱਟ ਦੇਣੀ ਹੈ, ਹੁਣ ਲੋੜ ਨਹੀਂ ਹੈ, ਹਿਮਾਚਲ ਪਾਣੀ ਵਰਤ ਸਕਦਾ ਨਹੀਂ ਵਰਤ ਸਕਦਾ, ਐਂ ਕਿਵੇਂ ਹੋ ਜਾਊਗਾ? BBMB ਹੈ ਕੀ? ਜੀ, ਇੱਕ ਮੈਨੇਜਮੈਂਟ ਬੋਰਡ, ਉਹਦਾ ਕੰਮ ਮੈਨੇਜ ਕਰਨਾ ਹੈ, ਬਿਲਕੁਲ, ਉਹਦਾ ਕੰਮ ਫੈਸਲੇ ਕਰਨਾ ਨਹੀਂ ਹੈ। ਸੋ ਇਸ ਲਈ ਕਹਿੰਦੇ ਕਿ ਇਹ ਕਿਵੇਂ ਤੈਅ ਹੋਏਗਾ ਕਿ ਜਿਹੜੇ ਸੂਬਿਆਂ ਨਾਲ ਸਮਝੌਤਾ ਹੋਇਆ ਕਿ ਆਹ ਪਾਣੀ ਉਹਦਾ ਬਣਦਾ ਇਹਦੇ ਵਿੱਚੋਂ, ਤੇ ਉਹਦੇ ਉੱਤੇ ਆਪਣੀ ਮਰਜ਼ੀ ਨਾਲ ਉਹ ਕਿਵੇਂ ਫੈਸਲਾ ਲੈਣਗੇ ਆਪੇ ਕਿ ਅਸੀਂ ਪਾਣੀ ਰੱਖਣਾ। ਸੋ ਇਸ ਲਈ ਕਹਿੰਦੇ ਕਿ ਅਸੀਂ ਇਹਦਾ ਇਤਰਾਜ਼ ਕਰਾਉਂਦੇ ਹਾਂ, ਰੋਸ ਪ੍ਰਗਟਾਉਂਦੇ ਹਾਂ, ਤੇ ਚਿੱਠੀ ਲਿਖਤੀ। ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਚਲੋ 30 ਦਿਨਾਂ ਬਾਅਦ ਯਾਦ ਆਈ ਚਿੱਠੀ ਤਾਂ ਲਿਖੀ। ਜਤਿੰਦਰ ਜੀ, ਇਹ ਮਸਲਾ ਜਿਹੜਾ ਇਹ ਚਿੱਠੀ ਵਾਲਾ ਮਸਲਾ ਹੈ, ਇਹ ਮਸਲਾ 15 ਮਈ ਦਾ ਸਾਹਮਣੇ ਆ ਗਿਆ ਸੀ ਜੀ, ਤੇ ਤੁਸੀਂ ਜਵਾਬ ਦੇ ਰਹੇ ਹੋ 14 ਜੂਨ ਨੂੰ, ਤੇ 1 ਮਹੀਨਾ ਕੀ ਕੀਤਾ? ਬਿਲਕੁਲ, ਮਤਲਬ ਮੈਨੂੰ ਇੰਨਾ ਕੁ ਧਿਆਨ 'ਚ ਹੈਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜਿਹੜੀ ਸੋਚ ਸ਼ਕਤੀ ਹੈ, ਜਿਹੜੀ ਲਿਖਣ ਦੀ ਕਲਾ ਹੈ, ਜਿਹੜੀ ਕਲਾਕਾਰੀ ਵਾਲੀ ਕਲਾ ਹੈ, ਉਹ ਤੁਰੰਤ ਐਕਟ ਕਰਦੀ ਹੈ। ਬਿਲਕੁਲ, ਉਹ ਕਿਸੇ ਗੱਲ ਦਾ ਜਵਾਬ ਤੁਰੰਤ ਦੇਣ 'ਚ ਮਾਹਰ ਨੇ ਜੀ, ਉਹ ਕਿਸੇ ਗੱਲ ਦੀ ਤੁਕਬੰਦੀ ਬਣਾ ਕੇ ਕਵਿਤਾ ਤੁਰੰਤ ਪਾਉਣ ਦੇ ਮਾਹਰ ਨੇ, ਉਹ ਸ਼ੇਰੋ ਸ਼ਾਇਰੀ ਦੇ ਰਾਹੀਂ, ਤੰਜ ਦੇ ਰਾਹੀਂ, ਵਿਅੰਗ ਦੇ ਰਾਹੀਂ, ਕਹਾਣੀ ਦੇ ਰਾਹੀਂ, ਕਿੱਸੇ ਦੇ ਰਾਹੀਂ, ਚੁਟਕਲੇ ਦੇ ਰਾਹੀਂ ਆਪਣੀ ਗੱਲ ਕਹਿਣ ਦੇ ਮਾਹਰ ਨੇ। ਇਸ ਮਸਲੇ 'ਚ ਫਿਰ 29 ਦਿਨ 30 ਦਿਨ ਕਿਉਂ? ਮਹੀਨਾ ਕਿਉਂ? ਤੁਰੰਤ ਕਿਉਂ ਨਹੀਂ? ਕੀ ਕੇਂਦਰ ਨਾਲ ਕੋਈ ਪੈਚਅਪ ਹੋ ਗਿਆ? ਕੀ ਕੇਂਦਰ ਨਾਲ ਕੋਈ ਸਮਝੌਤਾ ਹੋ ਗਿਆ? ਕੇਂਦਰ ਦੀਆਂ ਕਿਸੇ ਏਜੰਸੀਆਂ ਤੋਂ ਡਰ ਲੱਗਦਾ ਹੈ? ਜਿਹੜੇ ਮਸਲੇ ਦੇ ਉੱਤੇ ਜ਼ੋਰ ਨਾਲ ਰਿਐਕਟ ਕਰਨਾ ਚਾਹੀਦਾ ਸੀ, ਕੱਲੇ ਮੁੱਖ ਮੰਤਰੀ ਸਾਹਿਬ ਨੂੰ ਨਹੀਂ, ਕੱਲੀ ਕੈਬਨਿਟ ਨੂੰ ਨਹੀਂ, ਘੱਟੋ ਘੱਟ 77 ਦੇ 92 ਦੇ 92 MLA ਤਾਂ ਬੋਲਦੇ, ਵੈਸੇ 117 ਦਾ ਹੀ ਬੋਲਣਾ ਬਣਦਾ ਜੀ ਕਿ 117 ਦੇ 17 ਬਾਂਹ ਖੜੇ ਕਰਕੇ ਬੋਲਦੇ, 13 ਸਾਡੇ ਮੈਂਬਰ ਪਾਰਲੀਮੈਂਟ ਬੋਲਦੇ, ਰਾਜ ਸਭਾ ਮੈਂਬਰ ਬੋਲਦੇ, ਪਰ ਇੱਕ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਆਈ, ਉਹ ਵੀ ਮਹੀਨੇ ਬਾਅਦ ਆਈ। ਕਿਉਂ? ਪਾਣੀਆਂ ਦਾ ਮਸਲਾ ਜੇਕਰ ਸਪਸ਼ਟ ਰੂਪ 'ਚ ਸਮਝਣਾ ਹੈ ਤਾਂ ਇਹ ਸਾਫ਼ ਹੈ ਜੀ ਕਿ ਇੱਕ ਪਾਸੇ ਉਹ SYL ਵਾਲਾ ਮਸਲਾ ਖੜਾ ਜੀ, ਉਹਦੇ ਵਿੱਚੋਂ ਵਾਧੂ ਪਾਣੀ ਮੰਗਦੇ ਨੇ। ਦੂਸਰਾ ਮਸਲਾ ਇਹ ਖੜਾ ਕਿ ਅਜੇ ਤੱਕ ਪਾਣੀਆਂ ਦੀ ਨਪਾਈ ਤੁਲਾਈ ਮਿਣਤੀ ਹੋਈ ਹੋ ਨਹੀਂ ਗਈ ਸਾਡੀ ਮੁੜ ਕੇ ਕਿ ਭਾਈ ਸਾਡੇ ਕੋਲ ਜਿਹੜਾ ਬਚਦਾ ਸਾਰਿਆਂ ਨੂੰ ਦੇਖਿਓ ਕੀ ਬਚ ਰਿਹਾ, ਕਿਉਂਕਿ ਹਰੇਕ ਸੂਬੇ ਨੂੰ ਤੈਅ ਕਰਤਾ ਜੀ ਕਿ ਇਹਨੂੰ ਇੰਨਾ ਤਾਂ ਜਾਣਾ ਹੈ, ਇੰਨਾ ਦਿੱਲੀ ਨੂੰ ਦੇ ਦਿਓ, ਇੰਨਾ ਰਾਜਸਥਾਨ ਨੂੰ ਦੇ ਦਿਓ, ਇੰਨਾ ਹਰਿਆਣਾ ਨੂੰ ਦੇ ਦਿਓ, ਉਹ ਜਾ ਰਿਹਾ। ਉਹ 'ਚ ਵੀ ਰੌਲਾ ਪੈਂਦਾ ਕਿ ਤੈਅ ਤੋਂ ਵੱਧ ਜਾਈ ਜਾਂਦਾ, ਪਰ ਜੇ ਉਹ ਤੈਅ ਵਾਲਾ ਵੀ ਜਾਂਦਾ ਹੈ ਜਤਿੰਦਰ ਜੀ, ਤੇ ਪਾਣੀ ਦੀ ਆਮਦ ਘਟ ਰਹੀ ਹੈ ਤਾਂ ਫਿਰ ਬਚਿਆ ਘੱਟ ਹਿੱਸਾ ਕਿਹਦੇ ਕੋਲ? ਬਿਲਕੁਲ, ਉਹ ਵਾਲਾ ਪਹਿਲੂ ਖੜਾ। ਫਿਰ ਹਾਲ ਹੀ 'ਚ ਪਿਛਲੇ ਦਿਨੀ ਜਿਹੜੇ 2 ਰਿਪੋਰਟਾਂ ਦੇ ਵੱਲ ਨਾਲ ਇੱਕ ਮੀਟਿੰਗਾਂ ਹੋ ਰਹੀਆਂ ਜੀ, ਹਿਮਾਚਲ ਦੇ ਮੁੱਖ ਮੰਤਰੀਆਂ ਦੀਆਂ, ਦਿੱਲੀ ਨਾਲ, ਕੇਂਦਰ ਨਾਲ, ਅਧਿਕਾਰੀਆਂ ਨਾਲ, ਉਹ ਸਾਰੀਆਂ, ਤੇ ਇੱਕ ਕੁਝ ਕਿਤਾਬਾਂ ਦੇ ਹਵਾਲੇ ਜਿਹੜੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਰਸਵਤੀ ਨਦੀ ਨੂੰ ਦੁਬਾਰਾ ਸਰਜੀਤ ਕਰਨਾ ਜੀ, ਉਹ ਸਰਸਵਤੀ ਨਦੀ ਨੂੰ ਸਰਜੀਤ ਕਰਕੇ ਘੱਗਰ ਨਾਲ ਜੋੜ ਲੈਣਾ ਤੇ ਘੱਗਰ ਦੇ ਵਿੱਚ ਲਿਆ ਕੇ ਸਤਲੁਜ ਪਾ ਲੈਣਾ, ਤੇ ਸਤਲੁਜ ਤੋਂ ਘੱਗਰ, ਘੱਗਰ ਤੋਂ ਸਰਸਵਤੀ, ਤੇ ਸਰਸਵਤੀ ਜਾ ਕੇ ਪਾਣੀ ਦੇਊਗੀ ਫਿਰ ਗੁਜਰਾਤ ਨੂੰ। ਤੇ ਉਹ ਕੀ ਹੈ? ਉਹ ਇਹ ਹੈ ਕਿ ਭਾਈ 2024 ਦੀਆਂ ਵੋਟਾਂ ਲੈਣੀਆਂ ਨੇ, ਪਾਣੀ ਜਦੋਂ ਪਹੁੰਚੂ, ਜਦ ਮਿਲੂ, ਇੱਕ ਵਾਰ ਦੱਸ ਦੋ ਕਿ ਦੇਖੋ ਜੀ ਆਹ ਕੁਛ ਹੈ। ਕੀ ਇਹ ਵਰਤਾਰਾ ਹਿਮਾਚਲ ਦੀ NOC ਵਾਲਾ ਮਾਮਲਾ ਸਤਲੁਜ ਨੂੰ ਘੱਗਰ, ਘੱਗਰ ਤੋਂ ਸਰਸਵਤੀ ਤੇ ਗੁਜਰਾਤ ਵਾਲਾ ਤਾਂ ਨਹੀਂਗਾ? ਇਹ ਵੀ ਇੱਕ ਸਮਝਣ ਦੀ ਲੋੜ ਹੈ। ਸੋ ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਇਸ ਮਸਲੇ ਤੇ ਸਰਬ ਪਾਰਟੀ ਬੁਲਾਉਂਦੇ, ਜੇ ਸਰਬ ਪਾਰਟੀਆਂ ਨਾਲ ਨਹੀਂ ਬਣਦੇ ਘੱਟੋ ਘੱਟ ਆਪਣੀ ਪਾਰਟੀ ਦੀ ਬੈਠਕ ਬੁਲਾਉਂਦੇ, ਉਹਨਾਂ ਨੂੰ ਦਿੱਲੀ ਨੂੰ ਰੁਖ ਕਰਦੇ, ਦਿੱਲੀ ਜਾਂਦੇ, ਕੱਲੇ ਕੱਲੇ ਮੰਤਰੀ ਦਾ, ਕੱਲੇ ਕੱਲੇ ਲੀਡਰ ਦਾ ਬੂਹਾ ਖੜਕਾਉਂਦੇ, ਉਹਨਾਂ ਮੂਹਰੇ ਧਰਨਾ ਲਾਉਂਦੇ, ਮੁਜ਼ਾਹਰਾ ਕਰਦੇ ਤੇ ਚਿੱਠੀ ਲਿਖ ਕੇ ਸਾਰਤਾ।
ਇਹ ਇੰਨਾ ਆਸਾਨ ਮਸਲਾ ਨਹੀਂ ਹੈ। ਇਹ ਉਸ ਦਿਨ ਵੀ ਮੈਂ ਸਵਾਲ ਕੀਤਾ ਸੀ ਜਦੋਂ अरविंद केजरीवाल ਕਹਿੰਦੇ ਸੀ क्या है SYL का मसला, नहीं सुलझ रहा, मोदी जी से मुझे बुलाएं चाय के कप पे मैं सुलझा दूँ। मतलब ਇਹ ਚਾਹ ਦੇ ਕੱਪ ਤੇ ਸੁਲਝਣ ਵਾਲਾ ਮਸਲਾ। ਬਿਲਕੁਲ। ਤੇ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਚਿੱਠੀ ਨਾਲ ਸੁਲਝ ਜੂਗਾ। ਹੁਣ ਇਹ ਚਿੱਠੀ ਨਾਲ ਸੁਲਝਣ ਵਾਲਾ ਮਸਲਾ। ਇਸ ਮਸਲੇ ਤੇ ਧਿਰ ਬਣ ਕੇ ਖੜਨਾ ਪੈਣਾ ਹੈ। ਜੇ ਅਦਾਲਤਾਂ ਦੀ ਲੋੜ ਹੈ ਅਦਾਲਤਾਂ ਜਾਓ, ਕੋਰਟ ਕਚਹਿਰੀ ਦੀ ਲੋੜ ਹੈ। ਇੱਕ ਪਾਸੇ ਤੁਸੀਂ ਸੋਸ਼ਲ ਮੀਡੀਆ ਵਾਲੀ ਟੀਮ ਰੱਖਿਆ ਜਿਹੜੀ ਟਵੀਟ ਕਰਨ ਲੱਗਿਆ, ਕਮੈਂਟ ਕਰਨ ਲੱਗਿਆ ਦੇਰ ਨਹੀਂ ਲਾਉਂਦੀ, ਤੇ ਤੁਹਾਡੇ ਕੋਲ ਫਿਰ ਬਕਾਇਦਾ ਵਕੀਲਾਂ ਦੀ ਫੌਜ ਵੀ ਹੈਗੀ ਹੈ, ਤੁਹਾਡੇ ਕੋਲ ਬਕਾਇਦਾ ਅਧਿਕਾਰੀਆਂ ਦੀ ਫੌਜ ਵੀ ਹੈਗੀ ਹੈ। ਚੀਫ ਸੈਕਟਰੀ ਤੋਂ ਲੈ ਕੇ ਪ੍ਰਿੰਸੀਪਲ ਸੈਕਟਰੀ ਤੋਂ ਲੈ ਕੇ ਹੋਰ ਸੈਕਟਰੀਆਂ ਤੱਕ ਆ 33 34 35 ਗੱਡੀ ਜਿਹੜੀ ਨਾਲ ਚੱਲਦੀਆਂ ਉਹ 'ਚ 8-10 ਅਫਸਰ ਬੈਠਦੇ ਹੀ ਹੋਣੇ ਨਾਲ। ਬਿਲਕੁਲ। ਉਹਨਾਂ ਦੀ ਸਲਾਹ ਲੈਂਦੇ। ਇੰਨੀ ਦੇਰ ਕਿਉਂ ਲੱਗੀ ਇਸ ਮਸਲੇ ਤੇ ਰਿਐਕਟ ਕਰਨ ਦੀ, ਔਰ ਉਹ ਵੀ ਚਿੱਠੀ ਰਾਹੀਂ ਜਵਾਬ ਕਿਉਂ? ਸਵਾਲ ਇਹ ਹੈ ਕਿ ਇਸ ਮਸਲੇ ਆ ਹੁਣ ਸੈਸ਼ਨ ਬੁਲਾਉਣਾ ਜੀ 19-20 ਤਰੀਕ ਨੂੰ। ਆਪਾਂ ਕੱਲ ਵੀ ਗੱਲ ਕਰਕੇ ਹਟੇ ਆ, ਆਪਾਂ ਫੇਰ ਵੀ ਗੱਲ ਕਰਾਂਗੇ ਅੱਜ ਹੋਰ ਪਹਿਲੂ ਤੇ ਵੀ ਕਿ ਉਹ ਸੈਸ਼ਨ ਕਹਿੰਦੇ ਜੀ ਕੇਜਰੀਵਾਲ ਦਾ ਮਸਲਾ ਹੈ, ਉਹਨਾਂ ਨੂੰ ਆਰਡੀਨੈਂਸ ਦਾ ਮਸਲਾ ਹੈ, ਪਾਣੀਆਂ ਦੇ ਮਸਲੇ ਤੇ ਕਿਉਂ ਨਹੀਂ? ਬਿਲਕੁਲ। ਸੱਚੇ ਪਹਿਲੇ ਵੀ ਨਹੀਂ, ਜਿਨ੍ਹਾਂ ਨੇ ਟੱਕ ਲਵਾਏ, ਜਿਨ੍ਹਾਂ ਨੇ ਕਈਆਂ ਫੜਾਈਆਂ, ਉਹੀ ਪਾਰਟੀਆਂ ਪਾਣੀਆਂ ਦੇ ਰਾਖੇ ਬਣਨ ਨੂੰ ਫਿਰਦੇ ਨੇ। ਚਾਹੇ ਉਹ ਬਾਦਲ ਹੈ, ਚਾਹੇ ਉਹ ਕੈਪਟਨ ਅਮਰਿੰਦਰ ਹੈ, ਉਹੀ ਪਾਣੀਆਂ ਦੇ ਰਾਖੇ ਕਹਿੰਦੇ ਸੀ ਅਸੀਂ SYL ਦਾ ਭੋਗ ਪਾਤਾ, ਆਪੇ ਪਟਵਾਈ, ਆਪੇ ਪੰਜਾਬ ਦੇ ਗਾਲੇ ਕਲੇਸ਼ ਪਵਾਇਆ ਹੈ, ਆਪੇ ਚਾਹੇ ਉਹ ਇੰਦਰਾ ਨਾਲ ਜਾਣਾ ਤੇ ਚਾਹੇ ਕੇਂਦਰ ਨਾਲ ਖੜਨਾ। ਸੋ ਅਕਾਲੀ ਤੇ ਕਾਂਗਰਸੀਆਂ ਦੀ ਬਰਾਬਰ ਦੀ ਭੂਮਿਕਾ ਹੈ, ਸੋ ਉਸ ਤੋਂ ਬਰੀ ਨਹੀਂ ਹੋ ਸਕਦੇ। ਪਰ ਉਹ ਤੋਂ ਬਾਅਦ ਵੀ ਉਹਨਾਂ ਨੂੰ ਰਾਜਨੀਤਿਕ ਡਰਾਮਾ ਕਰਨਾ ਹੁੰਦਾ ਸੀ ਕਿ ਹਾਂ ਜੀ ਅਸੀਂ ਜੀ ਆਹ ਦੇਖੋ ਸੈਸ਼ਨ ਬੁਲਾ ਲਿਆ, ਅਸੀਂ ਜੀ ਮਤਾ ਪਾ ਲਿਆ। ਮੈਂ ਕਹਿੰਦਾ ਤੁਸੀਂ ਤਾਂ ਲੜਨ ਵਾਲੀ ਧਿਰ ਹੋ, ਤੁਸੀਂ ਤਾਂ ਖੜਨ ਵਾਲੀ ਧਿਰ ਹੋ, ਤੁਸੀਂ ਤਾਂ ਕਹਿੰਦੇ ਅਸੀਂ ਅੰਦੋਲਨ 'ਚੋਂ ਜਨਮੇ ਆ, ਸਾਨੂੰ ਪਤਾ ਹੈ ਕਿਵੇਂ ਲੜਿਆ ਜਾਂਦਾ, ਕਿਵੇਂ ਕੰਮ। ਕਿੱਥੇ ਲੋਕਪਾਲ ਤੇ ਕਿੱਥੇ ਪਾਣੀਆਂ ਦੀ ਲੜਾਈ ਤੇ ਕਿੱਥੇ ਉਹ ਮਸਲੇ? ਕਿਉਂ ਨਹੀਂ ਇਸ ਮਸਲੇ ਤੇ ਕਹਿੰਦੇ ਕਿ 19 ਤਰੀਕ ਦਾ ਸੈਸ਼ਨ ਇਹ ਹੋਊਗਾ? ਰਾਜਪਾਲ ਜੀ ਚੱਕੋ ਸਾਡੇ ਤੋਂ ਜਾਣਕਾਰੀ, ਅਸੀਂ ਇਸ ਮਸਲੇ ਤੇ ਕਰਾਂਗੇ ਸੈਸ਼ਨ, ਅਸੀਂ ਪਾਵਾਂਗੇ ਮਤਾ। ਨਾ ਕੋਈ ਵਿਰੋਧੀ ਧਿਰ ਭੱਜ ਸਕਦੀ, ਭੱਜਣਾ ਹੋਊਗਾ ਬੀਜੇਪੀ ਵਾਲੇ ਭੱਜ ਜਾਣ, ਇੱਕ ਜਾਂ ਦੋ ਜਿਹੜੇ ਹੈਗੇ, ਠੀਕ ਹੈ ਨਾ। ਘੱਟੋ ਘੱਟ ਬਾਕੀਆਂ ਨੂੰ ਤਾਂ ਬੇਸ਼ਰਮੀ ਦੇ ਤੌਰ ਤੇ ਨਾਲ ਖੜਨਾ ਪੈਣਾ ਨਾ। ਤੇ ਇਸ ਲਈ ਉਸ ਮਸਲੇ ਤੇ ਨਹੀਂ, ਅਸੀਂ ਕੇਜਰੀਵਾਲ ਦੇ ਮਸਲੇ ਤੇ ਸੈਸ਼ਨ ਬੁਲਾਵਾਂਗੇ। ਸੋ ਇਸ ਲਈ ਪਾਣੀਆਂ ਦੇ ਮਸਲੇ ਨੇ ਕਿਤੇ ਨਾ ਕਿਤੇ ਇਸ ਚਿੱਠੀ ਨੇ ਆਮ ਆਦਮੀ ਪਾਰਟੀ ਦਾ ਵੀ ਉਹ ਚਿਹਰਾ ਸਾਹਮਣੇ ਲਿਆਤਾ ਜੋ ਚਿਹਰਾ ਅਕਾਲੀਆਂ ਦਾ ਸੀ, ਜੋ ਚਿਹਰਾ ਕਾਂਗਰਸ ਦਾ ਸੀ, ਕਿ ਕੇਂਦਰ ਦੇ ਉਲਟ ਨਹੀਂ ਜਾਣਾ। ਮਾੜਾ ਮੋਟਾ ਇੱਕ ਦਿਖਾ ਦਿਓ, ਬਸ ਆ ਮੀਡੀਆ 'ਚ ਦਿਖਾ ਦਿਓ, ਸੈਸ਼ਨ 'ਚ ਦਿਖਾ ਦਿਓ, ਚਿੱਠੀ 'ਚ ਦਿਖਾ ਦਿਓ, ਰੋਸ 'ਚ ਪ੍ਰਗਟਾ ਦਿਓ। ਉਸੇ ਤਰ੍ਹਾਂ ਇਹ ਚਿੱਠੀ ਸਵੈ ਡਰਾਮੇ ਤੋਂ ਕੁਛ ਨਹੀਂ। ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜ ਰਿਹਾ, ਖੋਆ ਖੁਆਈ ਹੋ ਰਹੀ ਹੈ, ਲੁੱਟ ਖਸੁੱਟ ਹੋ ਰਹੀ ਹੈ। ਜਿਹੜਾ ਜਾ ਰਿਹਾ ਆਪਾਂ ਨੂੰ ਉਹ ਵਾਧੂ ਰੁਕ ਨਹੀਂ ਰਿਹਾ, ਜਿਹੜਾ ਲੈਣ ਦੀ ਕੋਸ਼ਿਸ਼ ਹੈ ਉਹਦੇ ਵਿੱਚੋਂ ਅੱਗੇ ਵੱਧ ਰਹੇ ਨੇ, ਨਵੇਂ ਰਾਹ ਕੱਢ ਰਹੇ ਨੇ। ਪੰਜਾਬ ਨੂੰ ਬਾਈਪਾਸ ਕਰਕੇ ਪਾਣੀ ਲਿਜਾਣ ਦੀ ਤਿਆਰੀ ਹੈ ਤੇ ਪੰਜਾਬ ਨੂੰ ਧੇਲਾ ਦੇਣ ਨੂੰ ਕੋਈ ਤਿਆਰ ਨਹੀਂ। ਤੇ ਇਸ ਮਸਲੇ 'ਤੇ ਸਾਡੀ ਸਰਕਾਰ ਕਹਿੰਦੀ ਅਸੀਂ ਚਿੱਠੀ ਲਿਖ ਕੇ ਆਪਣਾ ਕੰਮ ਕਰ ਲਿਆ, ਚਿੱਠੀਆਂ ਨਾਲ ਮਸਲੇ ਹੱਲ ਹੋਣਗੇ। ਕਿੱਥੇ ਨੇ 92 MLA ਜਿਹੜੇ ਬਾਕੀ ਨਾਲ ਦੇ 91 ਗੂੰਗੇ ਨੇ, ਉਹ ਬੋਲੇ ਨੇ, ਆਵਾਜ਼ ਨਹੀਂ, ਲਿਖਣਾ ਨਹੀਂ ਆਉਂਦਾ, ਬੋਲਣਾ ਨਹੀਂ ਆਉਂਦਾ, ਕਿਉਂ ਨਹੀਂ ਬੋਲਦੇ ਇਸ ਮਸਲੇ ਤੇ? ਸੋ ਇਸ ਲਈ ਆਪਣੇ ਆਪ 'ਚ ਸਰਕਾਰ ਲਈ ਇੱਕ ਵੱਡਾ ਸਵਾਲ ਹੈ ਕਿ ਜੇ ਪੰਜਾਬ ਦੇ ਪਾਣੀਆਂ ਦਾ ਕੋਈ ਮਸਲਾ ਵਿਗੜਿਆ ਤਾਂ ਉਹਦੇ ਲਈ ਅਕਾਲੀਆਂ, ਕਾਂਗਰਸੀਆਂ ਵਾਂਗ, ਭਾਜਪਾਈਆਂ ਵਾਂਗ ਤੁਸੀਂ ਵੀ ਉਸੇ ਕਟਹਿਰੇ 'ਚ ਖੜੇ ਹੋ। ਬਿਲਕੁਲ ਬਿਲਕੁਲ। ਦੀਪ ਜੀ, ਸੈਸ਼ਨ ਦੀ ਤੁਸੀਂ ਗੱਲਬਾਤ ਕਰ ਰਹੇ ਸੀ, ਕੱਲ ਵੀ ਤੁਸੀਂ ਵਿਸਥਾਰਪੂਰਵਕ ਚਰਚਾ ਕੀਤੀ ਕਿ ਜਿਹੜਾ ਸੈਸ਼ਨ 2 ਦਿਨਾਂ ਦਾ ਵਿਸ਼ੇਸ਼ ਇਜਲਾਸ ਤੇ ਬੁਲਾਇਆ ਜਾਣਾ, ਉਸ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਕਿਹੜੇ ਵਿਚਾਰੇ ਜਾਣੇ ਨੇ। ਤੇ ਦੂਜੇ ਪਾਸੇ ਰਾਜਪਾਲ ਦਾ ਕਹਿਣਾ ਹੈ ਕਿ ਇਸ ਸੈਸ਼ਨ ਦੀ ਪ੍ਰਵਾਨਗੀ ਤਾਂ ਦਿੱਤੀ ਜਾਵੇਗੀ, ਕੋਈ ਇਤਰਾਜ਼ ਨਹੀਂ ਹੈ, ਪਰ ਏਜੰਡਾ ਵੀ ਕਲੀਅਰ ਕੀਤਾ ਜਾਵੇ ਕਿ ਸੈਸ਼ਨ ਸੱਦਿਆ ਕਿਸ ਦੇ ਲਈ ਹੈ ਤੇ ਉਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੋਣੀ ਹੈ ਤੇ ਉਸ ਮੀਟਿੰਗ ਦੇ ਵਿੱਚ ਕਿਹੜੇ ਮੁੱਦੇ ਵਿਚਾਰੇ ਜਾਣੇ ਨੇ, ਇਸ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੇਖੋ ਜੀ, ਰਾਜਪਾਲ ਹੋਰਾਂ ਨੂੰ ਜਦੋਂ ਪਤਾ ਲੱਗਿਆ ਕਿ ਸੈਸ਼ਨ ਬੁਲਾਇਆ ਜਾਣਾ ਹੈ, ਮਨਜ਼ੂਰੀ ਤਾਂ ਲੈਣੀ, ਆਪਾਂ ਇਕੱਲੇ ਗੱਲ ਕਰ ਰਹੇ ਸੀ। ਉਹ ਕਹਿੰਦੇ ਪਹਿਲਾਂ ਏਜੰਡੇ ਭੇਜੋ ਮੈਨੂੰ, ਤੁਹਾਡਾ ਏਜੰਡਾ ਕੀ ਹੈ, ਮਸਲਾ ਤੁਹਾਡੇ ਧਿਆਨ 'ਚ ਹੋਣਾ। ਇੱਕ ਵਾਰ ਮਿਸ਼ਨ ਲੋਟਸ ਚੱਲਿਆ ਸੀ ਜੀ, ਬਿਲਕੁਲ, ਉਸ ਮਸਲੇ ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਨੂੰ ਲੈ ਕੇ ਵੀ ਘਸਮਾਨ ਪੈ ਗਿਆ ਸੀ ਜੀ। ਫਿਰ ਬਜਟ ਸੈਸ਼ਨ ਨੂੰ ਲੈ ਕੇ ਵੀ ਘਸਮਾਨ ਪੈ ਗਿਆ ਸੀ ਜੀ। ਤੇ ਇਸ ਲਈ ਹੁਣ ਕਹਿੰਦੇ 2 ਰੋਜ਼ਾ ਸੈਸ਼ਨ, ਵਿਸ਼ੇਸ਼ ਸੈਸ਼ਨ ਬੁਲਾਉਣਾ ਜੀ। ਉਹਦੇ ਵਿੱਚ ਇੱਕ ਦਿਨ ਅਸੀਂ DGP ਵਾਲਾ ਮਸਲਾ ਵਿਚਾਰਨਾ, 1-2 ਹੋਰ ਮਸਲੇ ਨੇ, ਤੇ 20 ਤਰੀਕ ਵਾਲਾ 20 ਜੂਨ ਵਾਲਾ ਸਾਰਾ ਸੈਸ਼ਨ ਕੇਜਰੀਵਾਲ ਨੂੰ ਸਮਰਪਿਤ ਕਰਨਾ, ਉਹਨੂੰ ਇੱਕ ਕੁਰਸੀ ਤੇ ਬਿਠਾ ਕੇ ਉਹਦੀ ਆਓ ਭਗਤ ਕਰਨੀ ਹੈ, ਉਹਦਾ ਗੁਣਗਾਨ ਕਰਨਾ ਤੇ ਉਹਦੇ ਲਈ ਫਿਰ ਮਤਾ ਪਾਉਣਾ। ਤੇ ਅਗਲੇ ਕਹਿੰਦੇ ਵਿਰੋਧੀ ਆਉਣ ਨਾ ਆਉਣ, ਸਾਡੇ ਕੋਲ 92 ਹੈਗੇ ਹੈ, ਉਹ ਰਬੜ ਦੀਆਂ ਮੋਹਰਾਂ ਨੇ, ਸਾਡੇ ਲਈ ਬੋਲਣਗੇ, ਅਸੀਂ ਜਿਵੇਂ ਚਾਹਾਂਗੇ ਉਵੇਂ ਕੰਮ ਲੈ ਲਾਂਗੇ। ਪੰਜਾਬ ਦੇ ਮਸਲਿਆਂ ਤੇ ਬੋਲਣ ਲਈ ਉਹ ਚੁੱਪ ਨੇ ਤੇ ਪਰ ਕੇਜਰੀਵਾਲ ਦੇ ਲਈ ਨਾਰੇ ਵੀ ਮਾਰ ਦੇਣਗੇ ਅੰਦਰ। ਸੋ ਇਸ ਲਈ ਜਿਹੜੀ ਤਾਂ ਬੈਠਕ ਹੈ ਕੈਬਨਿਟ ਦੀ 19 ਵਾਲੇ ਸੈਸ਼ਨ ਤੋਂ ਤੁਰੰਤ ਪਹਿਲਾਂ, ਉਸੇ ਦਿਨ ਸੈਸ਼ਨ ਸ਼ੁਰੂ ਹੋਣਾ, ਉਸੇ ਦਿਨ ਬੈਠਕ ਹੈ। ਉਹ ਬੈਠਕ ਸਿਰਫ ਭੂਮਿਕਾ ਦੱਸਣ ਲਈ ਹੈ ਕਿ ਆਹ ਬੋਲੂਗਾ, ਤੂੰ ਹੱਕ 'ਚ ਨਾਰਾ ਮਾਰੀ, ਤੂੰ ਆਹ ਚੀਜ਼ ਪੇਸ਼ ਕਰਨੀ ਹੈ, ਤੂੰ ਇਹਦੀ ਪ੍ਰੋੜਤਾ ਕਰਨੀ ਹੈ, ਤੂੰ ਇਹਦਾ ਵਿਰੋਧ ਕਰਨਾ ਹੈ। ਜੇ ਉਹ ਬੋਲੂ ਸਾਹਮਣੇ ਤੋਂ ਤੈਂ ਔਖੇ ਹੋ ਕੇ ਬੋਲਣਾ। ਉਹ ਭੂਮਿਕਾ, ਉਹ ਨਾਟਕ ਦੀ ਭੂਮਿਕਾ ਸੌਂਪਣੀ ਉਹਨਾਂ ਨੂੰ, ਹੋਰ ਕੈਬਨਿਟ 'ਚ ਕੁਝ ਨਹੀਂ ਹੋਣਾ। ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਪਹਿਲੂ ਹੈ ਕਿ ਹੁਣ ਰਾਜਪਾਲ ਹੋ ਰਹੀ, ਰਾਜਪਾਲ ਦਾ ਤਾਂ ਕੰਮ ਇਹੀ ਹੈ ਕਿ ਪੰਜਾਬ ਸਰਕਾਰ ਜੋ ਕਰੇ ਉੜੀਕਾ ਡਾਲੋ। ਪੰਜਾਬ ਸਰਕਾਰ ਜਿੱਧਰ ਡਿੰਗ ਪੁੱਟੇ ਮੂਹਰੇ ਹੋ ਕੇ ਖੜ ਜਾਓ ਕਿ ਮੈਨੂੰ ਦੱਸ ਕੇ ਜਾਓ ਭਾਈ, ਛਿੱਕਵੀਂ ਮਾਰਨੀ ਹੈ ਮੈਨੂੰ ਪੁੱਛ ਕੇ ਕਰੋ ਭਾਈ। ਸੋ ਹੁਣ ਰਾਜਪਾਲ ਹੋ ਰਹੀ ਫੇਰ ਉਸੇ ਹਵਾਲੇ ਨਾਲ ਕਿ ਭਾਈ ਮੈਂ ਮਨਜ਼ੂਰੀ ਨਹੀਂ ਦਿੰਦਾ। ਇੱਧਰ ਇਹ ਕਹਿੰਦੇ ਕਿ ਮਨਜ਼ੂਰੀ ਕਿਹੜੀ ਲੈਣੀ ਹੈ ਜੀ, ਅਸੀਂ ਕਿਹੜਾ ਨਵਾਂ ਸੈਸ਼ਨ ਬੁਲਾਉਣ ਲੱਗੇ ਹਾਂ। ਅਸੀਂ ਤਾਂ ਪਿਛਲੀ ਵਾਰ ਵਾਲਾ ਸੈਸ਼ਨ ਅਣਮਿੱਥੇ ਸਮੇਂ ਲਈ ਉਠਾਤਾ ਸੀ,
ਹੁਣ ਦੁਬਾਰਾ ਬਿਠਾਉਣ ਲੱਗੇ ਆ। ਸੋ ਇਸ ਲਈ ਉਸੇ ਨੂੰ ਅੱਗੇ ਤੋਰਨ ਲੱਗਿਆ ਕਹਿੰਦੇ। ਤੇ ਪਰ ਰਾਜਪਾਲ ਹੋਰੀ ਕਹਿੰਦਾ ਇੱਕ ਡਿੰਗ ਹੋਰ ਮੈਂ ਗਾਹਾਂ ਪੱਟ ਲੈਣਾ। ਉਹ ਕਹਿੰਦਾ ਇਸ ਵਾਰ ਮੈਂ ਸਰਕਾਰ ਨੂੰ ਹੀ ਨਹੀਂ ਪੁੱਛਦਾ, ਮੈਂ ਵਿਧਾਨ ਸਭਾ ਨੂੰ ਵੀ ਪੁੱਛ ਲੈਣਾ। ਉਹ ਐਕਚੁਅਲੀ ਉਹਨਾਂ ਨੇ ਸਪੀਕਰ ਨੂੰ ਵੀ ਪਿੱਛੇ ਪਾਰਟੀ ਬਣਾ ਲਿਆ। ਉਹ ਕਹਿੰਦੇ ਜੀ ਵਿਧਾਨ ਸਭਾ ਦੇ ਸਕੱਤਰ ਨੂੰ ਵੀ ਚਿੱਠੀ ਭੇਜਤੀ ਕਿ ਭਾਈ ਦੱਸੋ ਕੀ ਹੈ, ਕਿਹਨੂੰ ਪੁੱਛ ਕੇ ਬੁਲਾ ਰਹੇ ਹੋ, ਕੀ ਕਰ ਰਹੇ ਹੋ, ਕੀ ਕਰਨਾ, ਉਹ 'ਚ ਕਿਵੇਂ ਕਰਨਾ, ਕਿਹੜਾ ਕਿਹੜਾ ਏਜੰਡਾ ਹੋਊਗਾ, ਮੇਰੇ ਤੋਂ ਪ੍ਰਵਾਨਗੀ ਤਾਂ ਲਓ। ਸੋ ਇਸ ਲਈ ਚਾਹੇ ਉਹ ਮਿਸ਼ਨ ਲੋਟਸ ਵਾਲਾ ਮਸਲਾ ਹੋਵੇ, ਚਾਹੇ ਉਹ ਬਜਟ ਸੈਸ਼ਨ ਵਾਲਾ ਮਸਲਾ ਹੋਵੇ, ਚਾਹੇ ਇਹਨਾਂ ਦੀਆਂ ਚਿੱਠੀਆਂ ਵਾਲਾ ਮਸਲਾ ਹੋਵੇ, ਚਾਹੇ ਕਟਾਰੂ ਚੱਕ ਵਾਲਾ ਮਸਲਾ ਹੋਵੇ, ਚਾਹੇ ਰਾਜਪਾਲ ਦੇ ਫੇਰੀਆਂ ਵਾਲਾ ਮਸਲਾ ਹੋਵੇ, ਚਾਹੇ ਰਾਜਪਾਲ ਦਾ ਕੇਂਦਰ ਦੇ ਹਵਾਲੇ ਨਾਲ ਕੁਝ ਤੌਮਤਬਾਜ਼ੀ ਵਾਲਾ ਮਸਲਾ ਹੋਵੇ, ਇਹ ਸਾਰੇ ਪਹਿਲੂ ਲੈ ਦੇ ਕੇ ਇਸੇ ਗੱਲ ਤੇ ਕੇਂਦਰਿਤ ਨੇ ਕਿ ਭਾਈ ਪੰਜਾਬ ਨੂੰ ਡੋਰ ਕਿਹਨੇ ਫੜ ਕੇ ਰੱਖਣੀ ਹੈ ਪੰਜਾਬ ਦੀ। ਭਗਵੰਤ ਮਾਨ ਨੂੰ ਕਹਿੰਦੇ ਸਰਕਾਰ ਸਾਡੀ ਅਸੀਂ ਚਲਾਵਾਂਗੇ, ਇਹ ਦਿੱਲੀ ਨਹੀਂ ਗਾ ਕਿ ਦਿੱਲੀ 'ਚ ਤੁਸੀਂ ਤੰਗ ਰਹੇ ਸੋਚੋ, ਪੰਜਾਬ 'ਚ ਵੀ। ਪਰ ਰਾਜਪਾਲ ਕਹਿੰਦੇ ਨਾ, ਮੈਨੂੰ ਕੇਂਦਰ ਨੇ ਭੇਜਿਆ ਇਸੇ ਕੰਮ ਲਈ ਹੈ, ਇੱਥੇ ਬੀਜੇਪੀ ਦੀ ਸਰਕਾਰ ਨਹੀਂ, ਇਸ ਲਈ ਮੈਂ ਤਾਂ ਇਸੇ ਭੂਮਿਕਾ ਜਾਊਂਗਾ। ਸੋ ਇਹ ਤਣੀ ਦੇ ਵਿੱਚੋਂ ਮੁਸ਼ਕਲ ਜੋ ਆਪਾਂ ਪਹਿਲਾਂ ਵੀ ਕਹਿ ਰਹੇ ਸੀ, ਮੈਂ ਅੱਜ ਵੀ ਕਹਿਣਾ ਕਿ ਲੰਘਣਾ ਪੰਜਾਬ ਨੇ। ਸੋ ਇਸ ਲਈ 2 ਰੋਜ਼ਾ ਸੈਸ਼ਨ ਤੋਂ ਪਹਿਲਾਂ ਫਿਰ ਵਿਵਾਦਾਂ 'ਚ ਤੇ ਇੱਕ ਵਾਰ ਫਿਰ ਮੁੱਖ ਮੰਤਰੀ ਔਰ ਰਾਜਪਾਲ ਆਮੋ ਸਾਹਮਣੇ ਨੇ। ਤੇ ਰਾਜਪਾਲ ਕਹਿੰਦੇ ਕਿ ਏਜੰਡਾ ਦੱਸੋ ਮੈਨੂੰ, ਇਹ ਕਹਿੰਦੇ ਕਿਹੜੇ ਏਜੰਡੇ ਦੀ ਲੋੜ ਹੈ, ਅਸੀਂ ਤਾਂ ਸੈਸ਼ਨ ਨੇ ਅੱਗੇ ਵਧਾਉਣਾ। ਹੋ ਸਕਦਾ ਏਜੰਡਾ ਲਿਖ ਕੇ ਵੀ ਭੇਜ ਦੇਣਗੇ ਜੀ, ਤੇ ਪਰ ਉਹ ਤੋਂ ਬਾਅਦ ਫਿਰ ਰਾਜਪਾਲ ਕੀ ਮਨਜ਼ੂਰੀ ਦੇਣਗੇ ਜਾਂ ਨਹੀਂ ਦੇਣਗੇ, ਜਾਂ ਇਹ ਉਹਦੇ ਵਿੱਚ ਉਹ ਦੱਸਣਗੇ ਜਿਹੜਾ ਕੇਜਰੀਵਾਲ ਵਾਲਾ ਬੁਲਾਉਣਾ, ਜਿਵੇਂ ਪਿਛਲੀ ਵਾਰ ਤੈਅ ਏਜੰਡਾ ਕੁਝ ਹੋਰ ਦੱਸ ਰਹੇ ਸੀ ਤੇ ਬੁਲਾਇਆ ਕੁਝ ਹੋਰ ਸੀ। ਸੋ ਇਸ ਲਈ ਵਿਵਾਦ ਵਧੇਗਾ ਹਾਲੇ। ਬਿਲਕੁਲ ਬਿਲਕੁਲ ਦੀਪ ਜੀ, ਜੇਕਰ ਇੰਨੀ ਦਿਨੀ ਪੰਜਾਬ ਦੀ ਗੱਲਬਾਤ ਕੀਤੀ ਜਾਵੇ ਤਾਂ ਦਿਨ ਦਿਹਾੜੇ ਸ਼ਰੇਆਮ ਲੁੱਟਾਂ ਖੋਹਾਂ ਵੱਡੀਆਂ ਵਾਰਦਾਤਾਂ ਸ਼ਰੇਆਮ ਹੀ ਵਾਪਰ ਰਹੀਆਂ ਨੇ ਤੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ। ਤੇ ਹੁਣ ਲੁਧਿਆਣਾ ਦੀ ਇਹ ਖਬਰ ਹੈ ਜਿੱਥੇ ਕੰਪਨੀ ਦੇ ਵਿੱਚੋਂ 6 ਕਰੋੜ ਰੁਪਏ ਦੀ ਵੱਡੀ ਵਾਰਦਾਤ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਉਹ ਦੋਸ਼ੀ ਫੜੇ ਵੀ ਗਏ ਨੇ ਤੇ ਅੱਧੇ ਫਰਾਰ ਵੀ ਨੇ, ਪਰ ਰਕਮ ਨੂੰ ਲੈ ਕੇ ਕਾਫੀ ਰੌਲਾ ਪੈ ਰਿਹਾ। ਕੰਪਨੀ ਕੁਝ ਹੋਰ ਕਹਿ ਰਹੀ ਹੈ ਪਰ ਲੁੱਟਣ ਵਾਲੇ ਕੁਝ ਹੋਰ ਕਹਿ ਰਹੇ ਨੇ। ਰਕਮ ਨੂੰ ਲੈ ਕੇ ਨਹੀਂ ਕਲੀਅਰ ਹੋ ਰਿਹਾ ਕਿ ਕਿੰਨੀ ਆਖਰ ਲੁੱਟੀ ਗਈ। ਜਤਿੰਦਰ ਜੀ, ਇੱਕ ਨਾ ਉਹ ਫਿਲਮਾਂ 'ਚ ਕਈ ਵਾਰ ਉਹ ਸੀਨ ਜਿਹਾ ਹੁੰਦਾ, ਕਹਿੰਦੇ ਕਿ ਡਾਕੂਆਂ ਨੇ ਬੈਂਕ ਲੁੱਟ ਲਿਆ ਤੇ ਬੈਂਕ ਲੁੱਟ ਕੇ ਜਦੋਂ ਭੱਜਣ ਲੱਗੇ ਤਾਂ ਇੱਕ ਉੱਥੀ ਬੋਰੀ 'ਚ ਬਾਹਰ ਬੈਠ ਕੇ ਗਿਣ ਲੱਗ ਗਿਆ। ਉਹ ਕਹਿੰਦਾ ਉਹ ਗਿਣਦਾ ਕਿਉਂ ਆ? ਕਹਿੰਦਾ ਪਤਾ ਤਾਂ ਦੇਖ ਲਈਏ ਕਿੰਨੇ ਲੁੱਟੇ। ਕਹਿੰਦਾ ਨਾ ਸਵੇਰ ਨੂੰ ਅਖਬਾਰ 'ਚ ਪੜ੍ਹ ਲਈ, ਪਤਾ ਲੱਗੇ ਜਾਣਾ ਕਿੰਨੇ ਆ ਜੀ। ਉਹ ਪਰ ਹੁਣ ਅਖਬਾਰ 'ਚ ਵੱਧ ਆ ਜਾਂਦੇ, ਹੁਣ ਕੀ ਕਰੀਏ? ਉਹ ਕਹਿੰਦਾ ਕਿ ਸਵੇਰ ਨੂੰ ਪਤਾ ਲੱਗਿਆ ਤਾਂ ਬੈਂਕ ਵਾਲਿਆਂ ਨੇ ਜਿਹੜੇ ਆਪ ਗੋਲਮਾਲ ਕੀਤਾ ਸੀ ਉਹ ਵੀ ਪਾ ਕੇ ਇੰਨੇ ਲੁੱਟ ਕੇ ਲੈ ਗਏ ਜੀ। ਹੁਣ ਇੱਥੇ ਵੀ ਉਹੋ ਜਿਹਾ ਹੀ ਰੌਲਾ ਪੈ ਰਿਹਾ। ਇਹ ਫਿਲਮੀ ਸੀਨ ਹੈ ਨਾ, ਉਸੇ ਨੂੰ ਹਕੀਕਤ 'ਚ ਫਿਲਮਾਂ ਤੋਂ ਹੀ। ਅਸਲ 'ਚ ਕੀ ਹੈ ਕਿ ਕੋਈ ਫਿਲਮ, ਕੋਈ ਡਾਕੂਮੈਂਟਰੀ, ਕੋਈ ਵੈਬ ਸੀਰੀਜ਼, ਉਹ ਜਿਹੜੀ ਬਣਦੀ ਹੈ ਉਹ ਸਮਾਜ ਦੇ ਵਿੱਚੋਂ ਕਿਸੇ ਘਟਨਾ ਤੇ ਆਧਾਰਿਤ ਹੁੰਦੀ ਹੈ। ਪਰ ਉਹ ਘਟਨਾ ਕਿਸੇ ਇੱਕ ਖੇਤਰ ਦੀ, ਕਿਸੇ ਇਲਾਕੇ ਦੀ, ਕਿਸੇ ਸ਼ਹਿਰ ਦੀ, ਕਿਸੇ ਮੁਲਕ ਦੀ ਹੁੰਦੀ ਹੈ। ਤੇ ਉਹ ਘਟਨਾ ਕਈ ਵਾਰ ਮਤਲਬ ਸੀਮਤ ਹੁੰਦੀ ਹੈ, ਪਰ ਉਹ ਫਿਲਮ ਵੀਡੀਓ ਉਹਨੂੰ ਪ੍ਰਸਾਰਿਤ ਕਰ ਦਿੰਦੀ ਹੈ ਕਿ ਭਾਈ ਦੇਖਿਓ ਐਂ ਵੀ ਠੱਗੀ ਵੱਜਦੀ ਹੈ, ਐਂ ਵੀ ਚੋਰੀ ਹੁੰਦੀ ਹੈ। ਉਹ ਆਉਂਦੀ ਤਾਂ ਸੁਚੇਤ ਹੋਣ ਲਈ ਹੈ, ਸੁਚੇਤ ਕਰਨ ਲਈ ਹੈ, ਪਰ ਉਹ ਤੋਂ ਚੋਰ ਸਲਾਹ ਲੈ ਲੈਂਦੇ ਕਿ ਅੱਛਾ ਐਂ ਵੀ ਚੋਰੀ ਕੀਤੀ ਜਾ ਸਕਦੀ ਹੈ। ਪਰ ਇਸ ਵੈਬ ਸੀਰੀਜ਼ ਦੇ ਵਿੱਚ ਇਸ ਘਟਨਾਕ੍ਰਮ 'ਚ ਫਲਾਣਾ ਚੋਰ ਐਂ ਫੜਿਆ ਗਿਆ ਸੀ, ਬਸ ਆਪਾਂ ਉਹ ਨਹੀਂ ਕਰਨਾ, ਬਾਕੀ ਸਾਰਾ ਕੁਝ ਕਰਨਾ। ਤੇ ਇਹ ਵੀ ਵੈਬ ਸੀਰੀਜ਼ ਤੋਂ ਆਧਾਰਿਤ ਚੋਰੀ ਸੀ। ਜਿਹੜੀ ਇਹਨਾਂ ਦੀ ਮੁਖੀ ਉਹ ਡਾਕੂ ਹਸੀਨਾ ਅੱਜ ਕੱਲ੍ਹ ਖਾਸਾ ਚਰਚਿਤ ਨਾਂ ਹੈ। ਵੈਸੇ ਤਾਂ ਉਹਦਾ ਬੀਬੀ ਦਾ ਨਾਂ ਸੰਦੀਪ ਕੌਰ ਹੈ ਤੇ ਉਹਦਾ ਵਿਆਹ ਵੀ ਖਾਸਾ ਚਰਚਿਤ ਤਰੀਕੇ ਨਾਲ ਹੋਇਆ ਵਾ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਕਾਰੇ ਵੀ ਹੋਏ ਜਿਹੇ ਨੇ, ਕਿਤੇ ਵਕੀਲ ਦੱਸਦੇ ਨੇ, ਕਿਤੇ ਸੋਸ਼ਲ ਵਰਕਰ ਦੱਸਦੇ ਨੇ, ਕਿਤੇ ਜੀ ਉਹ ਮਤਲਬ ਕਿਸੇ ਦੇ ਰੇਪ ਦਾ ਕੇਸ ਵੀ ਪਾਇਆ ਵਾ। ਉਸੇ ਮਾਮਲੇ 'ਚ ਜਾਂਦੀ ਹੁੰਦੀ ਸੀ ਕੋਰਟ ਕਚਹਿਰੀ, ਉੱਥੇ ਆ ਟੱਕਰ ਗਿਆ ਉਹਨੂੰ ਕੈਸ਼ ਬੈਨ ਵਾਲਾ, ਤੇ ਕੈਸ਼ ਬੈਨ ਵਾਲਾ ਨੂੰ ਕਹਿੰਦੀ ਕਿ ਆ ਵੈਬ ਸੀਰੀਜ਼ ਦੇਖ। ਉਹਨੇ ਵੈਬ ਸੀਰੀਜ਼ ਦੇਖੀ, ਕਹਿੰਦੀ ਠੀਕ ਹੈ ਇੱਦਾਂ ਕਰੀਏ ਚੋਰੀ, ਤੇ ਉਹ ਕਹਿੰਦਾ ਠੀਕ ਹੈ, ਬੰਦੇ ਹੋਰ ਲੋੜ ਪੈਣੀ। ਫਿਰ ਕਹਿੰਦੀ ਹੋਰ ਬੁਲਾਓ, ਹੋਰ ਬੁਲਾ ਲਏ, ਉਹਨਾਂ ਨੂੰ ਵੀ ਵੈਬ ਸੀਰੀਜ਼ ਦਿਖਾ ਕਿ ਇੱਦਾਂ ਕਰਨੀ ਹੈ। ਸੋ ਪਹਿਲਾਂ ਤਾਂ ਉਹ ਕਲਾਸ ਲਾਉਂਦੀ ਸੀ ਵੈਬ ਸੀਰੀਜ਼ ਦੀ, ਤੇ ਵੈਬ ਸੀਰੀਜ਼ ਦੀ ਕਲਾਸ ਲਾਉਣ ਤੋਂ ਉਸ ਘਟਨਾ ਨੂੰ ਅੰਜਾਮ ਦਿੱਤਾ। ਤੇ ਅੰਜਾਮ ਦਾ ਦਿਨ ਸ਼ੁੱਕਰਵਾਰ ਇਸ ਹਵਾਲੇ ਨਾਲ ਚੁਣਿਆ ਕਿ ਜਿਹੜਾ ਕੈਸ਼ ਆਉਂਦਾ ਹੈ ਉਹ ਸ਼ਨੀ ਐਤਵਾਰ ਏਟੀਐਮ 'ਚ ਨਹੀਂ ਪੈਣਾ ਹੁੰਦਾ, ਤੇ ਵਾਰ ਸੋਮਵਾਰ ਨੂੰ ਤੁਰੰਤ ਪੈਣਾ ਹੁੰਦਾ। ਇਸ ਲਈ ਉਹਦੀ ਆਮਦ ਵੱਧ ਆ ਕੇ ਉੱਥੇ ਰੁਕ ਜਾਂਦੀ। ਉਹਨਾਂ ਨੂੰ ਅੰਦਾਜ਼ਾ ਸੀ ਕਿ ਇਸ ਦਿਨ 11 ਕਰੋੜ ਰੁਪਇਆ ਹੋ ਸਕਦਾ। ਪਰ ਕਹਿੰਦੇ ਚੋਰੀ ਕਰਨ ਤੋਂ ਬਾਅਦ ਪੁਲਿਸ ਦੀ ਰਿਕਵਰੀ ਦੇ ਦੌਰਾਨ ਸਾਰਿਆਂ ਨੇ ਮੰਨਿਆ ਕਿ ਅਸੀਂ ਤਾਂ 6 ਕਰੋੜ ਲੁੱਟਿਆ ਜੀ, 6 ਕਰੋੜ 33 ਲੱਖ। ਤੇ ਉਧਰ ਕੰਪਨੀ ਦੇ ਅਧਿਕਾਰੀ ਕਹਿੰਦੇ ਨਹੀਂ ਜੀ 8 ਕਰੋੜ 49 ਲੱਖ ਹੈ। ਹੁਣ ਉਹ ਕਹਿੰਦੇ 8.5 ਕਰੋੜ ਹੈ, ਇਹ ਕਹਿੰਦੇ 6 ਕਰੋੜ 33 ਲੱਖ। ਹੁਣ ਵਿੱਚ ਵਾਲਾ ਮਾਲ ਕੌਣ ਛਕ ਰਿਹਾ? ਬਿਲਕੁਲ ਇੱਕ ਕੌਣ ਹੈ? ਕੀ ਉਹ ਝੂਠ ਬੋਲਦੇ ਨੇ? ਉਹ ਕਹਿੰਦੇ ਇੱਕ ਵਾਰ ਡਾਕੂਆਂ ਨੇ ਜੀ ਬੱਸ ਲੁੱਟ ਲਈ ਜੀ। ਜਦੋਂ ਬੱਸ ਲੁੱਟੀ, ਉਤਰਨ ਲੱਗੇ, ਡਾਕੂਆਂ ਦਾ ਮੁਖੀ ਕਹਿੰਦਾ ਜਦੋਂ ਸਮਾਨ ਇਕੱਠਾ ਹੋ ਗਿਆ ਉਹਦੇ ਕੋਲ, ਕਹਿੰਦਾ ਮੋੜ ਦੋ ਵੀ ਕਲੀ ਸਵਾਰੀ ਨੂੰ ਸਾਰਾ ਸਮਾਨ ਜੀ। ਉਹ ਕਹਿੰਦੇ ਜੀ ਇੰਨੀ ਮਿਹਨਤ ਨਾਲ ਲੁੱਟੀ ਆ, ਮਸਾਂ ਇਕੱਠਾ ਕੀਤਾ, ਕਿਸੇ ਦੇ ਛਿੱਤਰ ਮਾਰੇ, ਕਿਸੇ ਨੂੰ ਡਰਾਇਆ, ਆ ਤੁਸੀਂ ਕਹਿੰਦੇ ਮੋੜ ਦੋ। ਉਹ ਕਹਿੰਦਾ ਜਿੰਨਾ ਪੁਲਿਸ ਨਾਲ ਸੌਦਾ ਕਰਕੇ ਆਏ ਆ ਕਿ ਇੰਨਾ ਹਿੱਸਾ ਦੇਣਾ, ਉਹਦੇ ਨਾਲ ਅੱਧਾ ਨਹੀਂ, ਆਪਾਂ ਨੂੰ ਪੱਲਿਓਂ ਪਾ ਕੇ ਦੇਣਾ ਪੈਣਾ, ਇਸ ਲਈ ਆਪਾਂ ਲੁੱਟਣੀ ਹੋਣੀ। ਸੋ ਹੁਣ ਕੀ ਇਹਦੇ ਵਿੱਚ ਕੰਪਨੀ ਦਾ ਹਿੱਸਾ,
ਕੀ ਇਹਦੇ ਵਿੱਚ ਪੁਲਿਸ ਵਿੱਚ ਕੁਝ ਗੋਲਮਾਲ ਕਰ ਰਹੀ ਹੈ, ਪਰ ਪੁਲਿਸ ਦੀ ਇਹ ਪ੍ਰਾਪਤੀ ਹੈ ਕਿ ਉਹਨੇ ਚੰਦ ਦਿਨਾਂ 'ਚ ਫੜ ਕੇ ਇੱਕ ਮਿਸਾਲ ਪੇਸ਼ ਕੀਤੀ ਹੈ। ਇੰਨੀ ਤੇਜ਼ੀ ਦਿਖਾ ਕੇ ਇੱਕ ਕਾਬਲੇ ਤਾਰੀਫ ਹੈ, ਪਰ ਇਹਦੇ ਵਿੱਚ ਕੰਪਨੀ ਵਾਲੇ ਹਵਾਲੇ ਨਾਲ ਜ਼ਿਆਦਾ ਸ਼ੰਕੇ ਸ਼ੋਭੇ ਇਸ ਲਈ ਬਣ ਰਹੇ ਨੇ ਕਿਉਂਕਿ ਪੁਲਿਸ ਇਹ ਵੀ ਦਾਅਵਾ ਕਰਦੀ ਹੈ ਕਿ ਉਸ ਗੱਡੀ ਦੇ ਵਿੱਚ ਜਿਹ 'ਚ ਪਹਿਲੇ 'ਚ ਭੱਜੇ ਸੀ ਉਹਦੇ ਵਿੱਚ GPS ਸਿਸਟਮ ਸੀ ਜੀ, ਤੇ GPS ਸਿਸਟਮ ਦੀ ਸਹੀ ਜਾਣਕਾਰੀ ਕੰਪਨੀ ਵਾਲੇ ਪੁਲਿਸ ਨੂੰ ਨਹੀਂ ਦੇ ਰਹੇ ਸੀ ਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਜੇ ਫੜੇ ਗਏ ਸਾਡਾ ਹੀ ਰਾਜ ਖੁੱਲ੍ਹ ਜਾਣਾ ਕੰਪਨੀ ਵਾਲਿਆਂ ਨੂੰ, ਕਿ ਇਸ ਲਈ ਕਿ ਉਹ ਹੈ 6 ਕਰੋੜ 33 ਲੱਖ ਆ। ਸਵਾਲ ਇਹ ਹੈ ਕਿ ਜਿਹੜੇ ਫੜੇ ਗਏ ਜਤਿੰਦਰ ਜੀ ਫਿਰ ਉਹ ਕਿਉਂ ਝੂਠ ਬੋਲਣਗੇ ਹੁਣ? ਬਿਲਕੁਲ, ਜਾਂ ਫਿਰ ਉਹ ਵਧਾ ਕੇ ਵੀ ਕਹਿੰਦੇ ਫਿਰ ਹੋਰ। ਸੋ ਇਸ ਲਈ ਇੱਥੇ ਲੱਗ ਰਿਹਾ ਕਿ ਇੱਥੇ ਲੁੱਟ ਖੋਹ ਤਾਂ ਸਹੀ ਹੈ, ਪਰ ਕੀ ਉਹ 6 ਕਰੋੜ 33 ਕਰੋੜ 6 ਕਰੋੜ 33 ਲੱਖ ਆ ਤੇ ਉਹਨੂੰ ਕਿਉਂ ਵਧਾ ਕੇ? ਦੂਜਾ ਪਹਿਲੂ ਦੇ ਵਿੱਚ ਜਿਹੜੇ ਫੜੇ ਗਏ ਉਹਨਾਂ ਚੋਂ ਅਜੇ ਡਾਕੂ ਹਸੀਨਾ ਤੇ ਉਹਦਾ ਘਰ ਵਾਲਾ ਜਾਂ ਉਹ ਖਾਸ ਮੁੱਖ ਸਾਜ਼ਿਸ਼ਕਾਰ ਅਜੇ ਫਰਾਰ ਨੇ। 4-5 ਜਣੇ ਫਰਾਰ ਨੇ, 5 ਜਾਂ 6 ਜਣੇ ਫੜੇ ਗਏ। ਜਿਹੜੇ ਫੜੇ ਗਏ ਉਹਨਾਂ ਦੇ ਕੋਲੋਂ ਵੀ ਕਰੀਬ ਮਤਲਬ ਕਿ 5 ਕਰੋੜ ਦੀ ਬਰਾਮਦਗੀ ਹੋ ਗਈ ਜੀ। 5 ਕਰੋੜ ਚੋਂ 2.25 ਕਰੋੜ ਡਾਕੂ ਹਸੀਨਾ ਦੀ ਕਾਰ ਦੀ ਗੱਡੀ ਚੋਂ ਹੀ ਮਿਲਿਆ, ਡਿੱਗੀ ਚੋਂ ਮਿਲਿਆ। ਉਹ ਕਾਰ ਉਹਨਾਂ ਦੇ ਘਰ ਦੇ ਬਾਹਰ ਖੜੀ ਸੀ, ਆਪ ਬੀਬੀ ਫਰਾਰ ਆ, ਉਹਦੀ ਡਿੱਗੀ ਖੋਲੀ ਤਾਂ ਚੋਂ 2 ਕਰੋੜ ਮੇਰਾ ਖਿਆਲ 25 ਲੱਖ ਰੁਪਏ ਉਹ ਚੋਂ ਮਿਲ ਗਿਆ। ਸੋ 2.25 ਕਰੋੜ ਤੱਕ ਉਹਦੇ ਕੋਲੋਂ ਮਿਲ ਗਿਆ, 1 ਕਰੋੜ ਦੇ ਕਰੀਬ ਇੱਕ ਹੋਰ ਕੋਲੋਂ ਮਿਲ ਗਿਆ ਤੇ ਬਾਕੀਆਂ ਕੋਲੋਂ ਕਿਸੇ ਕੋਲ 70 ਲੱਖ, ਕਿਸੇ ਕੋਲ 80 ਲੱਖ। ਤੇ ਮਿਲਿਆ ਪਤਾ ਵੀ ਕਿੱਥੋਂ ਆ ਜੀ? ਕੋਈ ਝਾੜੀਆਂ ਚੋਂ ਹੈ ਨਾ, ਕੋਈ ਡਰੇਨ ਚੋਂ, ਕੋਈ ਟੋਏ ਚੋਂ ਐ ਲੁਕੋ ਕੇ ਬੈਠੇ ਸੀ। 2 ਬੰਦੇ ਕਹਿੰਦੇ ਲੱਗੇ ਹੋਏ ਨੇ ਝਾੜੀਆਂ 'ਚ। ਪੁਲਿਸ ਨੇ ਪੁੱਛਿਆ ਕੀ ਕਰਦੇ ਹੋ? ਨਹੀਂ ਜੀ ਕਹਿੰਦੇ ਭੰਗ ਮਾਰਦੇ ਆ। ਬਾਅਦ 'ਚੋਂ ਪਤਾ ਲੱਗਿਆ ਬੋਰੀ ਥੈਲੀ ਵਾਲਾ ਨੋਟਾਂ ਵਾਲਾ ਚੱਕੀ ਫਿਰਨ ਥੈਲਾ। ਤੇ ਇਸ ਲਈ ਉਹਨਾਂ ਕੋਲ ਲੁਕਾਉਣ ਦਾ ਸਾਧਨ ਨਹੀਂ ਸੀ। ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੀਏ। ਮੇਰਾ ਖਿਆਲ ਅੰਮ੍ਰਿਤਸਰ ਦੀ ਘਟਨਾ, ਜੇਕਰ ਮੈਂ ਸਹੀ ਹਾਂ, ਤੇ ਅੰਮ੍ਰਿਤਸਰ ਦੇ ਵਿੱਚੋਂ ਇੱਕ ਬੰਦੇ ਨੇ ਕਿਤੋਂ ਲੁੱਟ ਕੀਤੀ, ਬੋਰੀ ਭਰ ਲਈ ਨੋਟਾਂ ਦੀ, ਤੇ ਹੁਣ ਉਹ ਕਹਿੰਦਾ ਆਪਣੇ ਦੇਸ਼ ਜਾਣਾ, ਮਤਲਬ ਬਾਹਰਲੇ ਸੂਬੇ ਤੋਂ ਇੱਥੇ ਆ ਕੇ ਉਹ ਬੰਦਾ ਮਤਲਬ ਲੇਬਰ ਕਰਦਾ ਸੀ ਤੇ ਉਹ ਇਹੀ ਕਹਿੰਦੇ ਕਿ ਅਸੀਂ ਆਪਣੇ ਦੇਸ਼ ਚੱਲੇ ਆ ਨਾ। ਸੋ ਇਸ ਲਈ ਹੁਣ ਉਹ ਉੱਥੇ ਵਾਪਸ ਜਾਣ ਦੀ ਤਿਆਰੀ ਕਰਦਾ ਤਾਂ ਉਹਦੇ ਕੋਲ ਹਿੰਮਤ ਨਹੀਂ ਹੁੰਦੀ ਕਿ ਉਹਨੇ ਇੰਨੇ ਪੈਸੇ ਲੈ ਕੇ ਬੱਸ ਅੱਡੇ ਤੇ ਕਿਵੇਂ ਜਾਣਾ, ਰੇਲ ਕਿਵੇਂ ਫੜਨੀ, ਤੇ ਫਿਰ ਉਹ ਦਾਰੂ ਪੀਂਦਾ ਜੀ। ਤੇ ਦਾਰੂ ਦੀ ਜਦੋਂ ਠੇਕੇ ਤੋਂ ਲੈਣ ਜਾਂਦਾ ਉਹ ਕਹਿੰਦਾ ਕਿੰਨੇ, ਕਹਿੰਦਾ 80 ਰੁਪਏ, ਕਹਿੰਦਾ ਨਾ ਚੱਕ 500 ਦਾ ਨੋਟ। ਤੇ ਉਹ ਤੋਂ ਬਾਅਦ ਰਿਕਸ਼ੇ ਵਾਲਾ ਕਹਿੰਦਾ 20 ਰੁਪਏ ਰੇਲਵੇ ਸਟੇਸ਼ਨ, ਨਾ ਚੱਕ 500 ਦਾ ਨੋਟ। ਖਾਣ ਵਾਲਾ ਲਿਫਾਫਾ ਲੈ ਲਿਆ ਕੁਛ ਖਾਣ ਨੂੰ, ਕਹਿੰਦਾ 30 ਰੁਪਏ, ਕਹਿੰਦਾ ਨਾ ਚੱਕ 500 ਦਾ ਨੋਟ। ਉਹ ਗੱਡੀ ਚੜ੍ਹਨ ਤੋਂ ਪਹਿਲਾਂ ਹੀ ਪੁਲਿਸ ਨੂੰ ਪਤਾ ਲੱਗਦਾ ਕਿ ਹਰ ਥਾਂ 500 ਦੇ ਨੋਟ ਵੰਡਦਾ ਜਾਂਦਾ ਇਹ ਬੰਦਾ। ਸੋ ਇਸ ਲਈ ਨੋਟ ਖਪਾਉਣਾ ਵੀ ਨਹੀਂ ਆਇਆ ਫਿਰ ਜੀ। ਤੇ ਉਹ ਵੈਸੇ ਤਾਂ ਇਹਨਾਂ ਨੇ ਪੂਰੇ ਉਹ ਦੇਖ ਕੇ ਵੈਬ ਸੀਰੀਜ਼ ਦੇ ਹਿਸਾਬ ਨਾਲ ਕੀਤਾ ਹਿਸਾਬ ਕਿਤਾਬ ਕਿ ਫੋਨ ਨਹੀਂ ਚਲਾਉਣਾ, ਪਰ ਉਹ ਡਾਕੂ ਹਸੀਨਾ ਦੇ ਭਰਾ ਨੇ ਇੱਕ ਇੰਸਟਾਗ੍ਰਾਮ ਤੇ ਸਟੋਰੀ ਪਾਤੀ ਨੋਟਾਂ ਦੀ ਪੱਕੀ ਝੱਲਦੇ ਦੀ, ਤੇ ਉਹ ਫਿਰ ਉੱਥੇ ਤੱਕ ਵੀ ਪੁਲਿਸ ਨੂੰ ਸ਼ੰਕੇ ਸ਼ੋਭੇ ਪੈ ਗਏ। ਸੋ ਇਹ ਪੁਲਿਸ ਦੀ ਪ੍ਰਾਪਤੀ ਹੈ, ਸ਼ਾਬਾਸ਼ੀ ਹੈ ਪੰਜਾਬ ਪੁਲਿਸ ਨੂੰ ਜਿਹਨੇ ਇੱਕ ਇੰਨੀ ਤੇਜ਼ੀ ਨਾਲ ਇਹ ਰਿਕਵਰੀ ਕੀਤੀ ਹੈ, ਕਿਉਂਕਿ ਇਹ ਲੋਕਾਂ ਦਾ ਹੀ ਪੈਸਾ ਹੈ। ਕੰਪਨੀ ਦੇ ਹਵਾਲੇ ਨਾਲ ਬੇਸ਼ੱਕ ਹੋਵੇ ਤੇ ਜੇ ਬੇਸ਼ੱਕ ਉਹਦੀ ਭਰਪਾਈ ਵੀ ਹੋਵੇ, ਕਿਉਂਕਿ ਇਹ ਪੈਸਾ ਇਨਸੋਰਡ ਵੀ ਹੁੰਦਾ ਜੀ, ਪਰ ਇਹ ਪੁਲਿਸ ਦੀ ਇੱਕ ਕਾਬਲੇ ਤਾਰੀਫ ਹੈ। ਪਰ ਇਹਦੇ ਵਿੱਚ ਅਜੇ ਗੋਲਮਾਲ ਕਾਫੀ ਹੈ ਕਿ ਉਹ ਕੌਣ ਸ਼ਾਮਲ ਸੀ, ਕਿਹਦੀ ਸ਼ਹਿਤ ਸੀ, ਜਿਹੜੇ ਫੜੇ ਗਏ ਜਾਂ ਜਿਹੜੇ ਫਰਾਰ ਨੇ, ਕਿ ਉੱਥੇ ਤੱਕ ਆ ਕੜੀ ਜਾਂ ਇਹ ਤੋਂ ਅੱਗੇ ਵੀ ਕੋਈ ਕੜੀ ਹੈਗੀ ਆ, ਜਾਂ ਕੰਪਨੀ ਦੀ ਕਿੰਨੀ ਸ਼ਮੂਲੀਅਤ ਹੈ, ਜਾਂ ਕੰਪਨੀ ਕੀ ਗੋਲਮਾਲ ਕਰ ਰਹੀ ਹੈ, ਜੇ ਕਈ ਪਰਤਾਂ ਖੁੱਲਣੀਆਂ ਬਾਕੀ ਨੇ। ਬਿਲਕੁਲ ਦੀਪ ਜੀ, ਇਸੇ ਤਰ੍ਹਾਂ ਇੱਕ ਬੀਬੀ ਸਰਬਜੀਤ ਕੌਰ ਮਾਣੂਕੇ ਦਾ ਜਿਹੜਾ ਕੋਠੀ ਵਾਲਾ ਵਿਵਾਦ ਆ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ। ਅਸਲ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਕੋਠੀ ਹੈ ਕਿਸ ਦੀ ਹੈ। ਇਸ ਦੇ ਨਾਲ ਹੀ ਇੱਕ NRI ਬੀਬੀ ਉਸ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਤੇ ਬਾਕੀ ਉਸ ਕੋਠੀ ਦਾ ਇੱਕ ਨਵਾਂ ਮਾਲਕ ਵੀ ਸਾਹਮਣੇ ਆ ਗਿਆ। ਪੂਰਾ ਮਸਲਾ ਕੀ ਹੈ ਕੋਠੀ ਵਿਵਾਦ ਦਾ? ਵੈਸੇ ਤਾਂ ਜੇ ਤੁਸੀਂ ਇਹ ਦੇਖੋ ਤਾਂ ਸਾਲ ਸਵਾ ਸਾਲ ਦੇ ਵਿੱਚ 12 ਕੇ ਟੌਪ ਦੇ ਲੀਡਰ ਵਿਵਾਦਾਂ 'ਚ ਆ ਗਏ ਆਮ ਆਦਮੀ ਪਾਰਟੀ ਦੇ, ਜਿਨ੍ਹਾਂ 'ਚੋਂ 5-6 ਤਾਂ ਮੰਤਰੀ ਹੈ ਨਾ, 3-4 MLA। ਜਗਰਾਓਂ ਤੋਂ ਬੀਬੀ ਸਰਬਜੀਤ ਕੌਰ ਮਾਣੂਕੇ ਹੋਰੀ MLA ਨੇ, ਦੂਜੀ ਵਾਰ MLA ਬਣੇ ਨੇ, ਆਮ ਆਦਮੀ ਪਾਰਟੀ ਦੇ ਵੱਡੇ ਕਦਵਰ ਲੀਡਰ ਨੇ, ਔਰ ਉਮੀਦ ਕੀਤੀ ਜਾਂਦੀ ਸੀ, ਮੰਨਿਆ ਜਾ ਰਿਹਾ ਸੀ ਕਿ ਭਗਵੰਤ ਮਾਨ ਹੋਰਾਂ ਦੀ ਪਹਿਲੀ ਕੈਬਨਿਟ 'ਚ ਮੰਤਰੀ ਹੋਣਗੇ। ਫਿਰ ਉਹ ਹੈ ਕਿ ਦੂਏ ਵਿਸਤਾਰ 'ਚ ਆ ਜਾਣਗੇ, ਤੀਏ 'ਚ ਆ ਜਾਣਗੇ, ਚੌਥੇ 'ਚ ਆ ਜਾਣਗੇ, ਵਾਰੀ ਨਹੀਂ ਆਈ। ਸੋ ਹੁਣ ਉਹਨਾਂ ਦਾ ਵਿਵਾਦ ਜ਼ਰੂਰ ਸਾਹਮਣੇ ਆ ਗਿਆ। ਸੋ ਇਸ ਵਿਵਾਦ ਨੇ ਉਹਨਾਂ ਨੂੰ ਦੁਵਿਧਾ 'ਚ ਪਾ ਦਿੱਤਾ, ਮੁਸ਼ਕਿਲਾਂ 'ਚ ਪਾ ਦਿੱਤਾ ਕਿ ਹੀਰਾ ਬਾਗ 'ਚ ਜਿਹੜੀ ਆਲੀਸ਼ਾਨ ਕੋਠੀ ਹੈ ਤੇ ਉਹਦੇ ਉੱਪਰ NRI ਬੀਬੀ ਕਹਿੰਦੀ ਕੋਠੀ ਮੇਰੀ ਆ, ਤੇ ਬੀਬੀ ਮਾਣੂਕੇ ਨੇ ਕਬਜ਼ਾ ਕਰ ਲਿਆ। ਬੀਬੀ ਮਾਣੂਕੇ ਨੇ ਤਾਲੇ ਤੜਾ ਕੇ ਉਹਦੀ ਰਿਪੇਅਰ ਦੇ ਨਾਂ ਤੇ ਜੇਬ ਉੱਤੇ ਕਰਕੇ ਉਹਦੇ ਪਰ ਕਬਜ਼ਾ ਕਰ ਲਿਆ। ਤੇ ਬੀਬੀ ਮਾਣੂਕੇ ਕਹਿੰਦੀ ਜੀ ਅਸੀਂ ਕਿਰਾਏ ਤੇ ਲਈ ਆ, ਜਿਹੜਾ ਅਸਲੀ ਮਾਲਕਾ ਚਾਬੀਆਂ ਲੈ ਜਾਵੇ ਭਾਈ, ਸਾਨੂੰ ਨਹੀਂ ਪਤਾ, ਅਸੀਂ ਤਾਂ ਕਿਰਾਏ ਤੇ ਲਈ ਆ। ਪਰ ਇਹ ਮਾਮਲੇ 'ਚ ਹੁਣ 15-20 ਦਿਨ ਇੱਕ ਬੰਦਾ ਸਾਹਮਣੇ ਆਉਂਦਾ, ਕਹਿੰਦਾ ਜੀ ਮੈਂ ਬਾਹਰਲੇ ਦੇਸ਼ ਗਿਆ ਸੀ ਛੁੱਟੀਆਂ ਤੇ ਜਾਂ ਘੁੰਮਣ ਗਿਆ ਸੀ ਕਿਤੇ ਬਾਹਰ, ਤੇ ਇਸ ਲਈ ਮੈਨੂੰ ਪਤਾ ਨਹੀਂ ਲੱਗਿਆ। ਜਦੋਂ ਆਇਆ ਤਾਂ ਪਤਾ ਲੱਗਿਆ ਜੀ ਕੋਠੀ ਦਾ ਮਾਲਕ ਤਾਂ ਮੈਂ ਆ। ਇਹ ਬੰਦਾ ਰਿਟਾਇਰਡ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸਦਾ ਤੇ ਪੇਸ਼ੇ ਵਜੋਂ ਮੇਰਾ ਖਿਆਲ ਵਕੀਲ ਹੈ, ਕਰਮ ਸਿੰਘ ਉਹਦਾ ਨਾਂ ਹੈ।
ਪਰ ਉਹਦੀ ਅਸਲ ਪਹਿਚਾਣ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਇੱਕ ਸਰਗਰਮ ਵਰਕਰ ਹੈ, ਸਰਗਰਮ ਲੀਡਰ ਹੈ ਤੇ ਬੀਬੀ ਮਾਣੂਕੇ ਦੇ ਖਾਸ ਟੀਮ ਚੋਂ ਹੈ। ਸੋ ਹੁਣ ਉਹ ਕਹਿੰਦਾ ਜੀ ਮੈਂ ਇਹ ਕੋਠੀ ਖਰੀਦੀ ਵੀ ਆ ਜੀ, ਇਹ ਮੈਂ ਇੱਕ ਵਿਅਕਤੀ ਆ, ਕਹਿੰਦੇ ਜੀ ਉਹ ਤੋਂ ਮਤਲਬ ਕਿ ਅਰੁਣ ਕੁਮਾਰ ਨਾਂ ਦਾ, ਅਸ਼ੋਕ ਕੁਮਾਰ ਨਾਂ ਦਾ ਇੱਕ ਬੰਦਾ ਹੈ, ਉਹ ਤੋਂ ਅਸੀਂ ਇਹ ਕੋਠੀ ਲਈ ਆ। ਅਸ਼ੋਕ ਕੁਮਾਰ ਨੇ ਉਸ ਬੀਬੀ ਤੋਂ ਲਈ ਸੀ। ਇਹਦਾ ਮਤਲਬ ਜਿਹੜੀ ਇਹਨਾਂ ਦੀ ਬੀਬੀ ਰੌਲਾ ਪਾਉਂਦੀ ਉਹ ਮਾਲਕ ਤਾਂ ਹੈ, ਉਹ ਹੁਣ ਹੈ ਜਾਂ ਪਹਿਲਾਂ ਹੀ ਸੀ, ਇਹ ਸਵਾਲ ਹੈ। ਹੁਣ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਉਹ ਵੇਚ ਚੁੱਕੀ ਹੈ ਅਸ਼ੋਕ ਕੁਮਾਰ ਨੂੰ, ਜਾਂ ਅਸ਼ੋਕ ਕੁਮਾਰ ਦੇ ਰਾਹੀਂ ਵੀ ਕੋਈ ਖੇਡ ਹੈ, ਜਾਂ ਅਸ਼ੋਕ ਕੁਮਾਰ ਨੂੰ ਕੋਈ ਧਿਰ ਬਣਾਇਆ ਜਾ ਰਿਹਾ। ਇਹ ਕਰਮ ਸਿੰਘ ਅਚਾਨਕ ਕਿੱਥੋਂ ਪ੍ਰਗਟ ਹੋਇਆ? ਅੱਜ ਦੇ ਦੌਰ ਦੇ ਵਿੱਚ ਤਾਂ ਤੁਸੀਂ ਦੁਨੀਆ ਦੇ ਕਿਸੇ ਖੁੰਝੇ 'ਚ ਚੱਲ ਜਾਓ, ਤੁਹਾਡੇ ਕੋਲ ਈਮੇਲ, WhatsApp, ਇੰਟਰਨੈਟ ਕਾਲ ਹੈ ਨਾ, ਨੈਸ਼ਨਲ ਇੰਟਰਨੈਸ਼ਨਲ ਕਾਲ, ਕਿਸੇ ਰਾਹੀਂ ਤੁਰੰਤ ਸੰਪਰਕ ਹੋ ਜਾਂਦਾ। ਤੇ ਫਿਰ ਉਸ ਬੰਦੇ ਨਾਲ ਸੰਪਰਕ ਕਿਉਂ ਨਹੀਂ ਹੋਇਆ? ਉੱਥੋਂ ਹੀ ਕਿਉਂ ਨਹੀਂ ਪਾਈ? ਹੁਣ ਸਾਹਮਣੇ ਆ ਕੇ ਹੁਣ ਕਹਿੰਦਾ ਜੀ ਰਜਿਸਟਰੀ ਵੀ ਹੈਗੀ, ਕਾਗਜ਼ ਵੀ ਹੈਗੇ, ਸਾਰਾ ਕੁਝ ਪੂਰਾ ਹੈ। ਇਸ ਲਈ ਜੀ ਕਹਿੰਦਾ ਜੀ ਇਹ ਕੋਠੀ, ਤੇ ਬੀਬੀ ਦੇ ਘਰ ਵਾਲਾ ਕਹਿੰਦਾ ਜੀ ਕਿ ਸਾਡੇ ਨਾਲ ਇਹਦਾ ਐਗਰੀਮੈਂਟ ਹੋਇਆ। ਬੀਬੀ ਕਹਿੰਦੀ 25,000 ਰੁਪਇਆ ਕਿਰਾਇਆ ਦਿੰਦੇ ਆ ਅਸੀਂ। ਹੁਣ ਇਹ ਸੱਚ ਝੂਠ ਦਾ ਜੇ ਪਰਦਾ ਪਾਸ਼ ਹੋਣਾ ਬਾਕੀ ਹੈ ਕਿ ਕੌਣ ਸੱਚਾ ਕੌਣ ਝੂਠਾ। ਜੇਕਰ ਬੀਬੀ ਮਾਣੂਕੇ ਦੇ ਅਕਸ ਨੂੰ ਢਾਹ ਲਾਇਆ ਜਾ ਰਿਹਾ ਤਾਂ ਇਹ ਇਸ ਪਹਿਲੂ ਤੇ NRI ਬੀਬੀ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ NRI ਬੀਬੀ ਨਾਲ ਧੱਕਾ ਹੋ ਰਿਹਾ ਤਾਂ ਵੀ, ਕਿਉਂਕਿ ਇਹ ਪਹਿਲੂ ਸਿਰਫ ਇੱਕ ਘਰ ਦੇ, ਜ਼ਮੀਨ ਦੇ, ਇੱਕ ਮਕਾਨ ਦੇ ਵਿਵਾਦ ਦਾ ਨਹੀਂ ਹੈ, ਇੱਕ MLA ਔਰ NRI ਬੀਬੀ ਦਾ ਮਾਮਲਾ ਵੀ ਹੈ। ਇਸ ਲਈ NRI ਪਹਿਲੂ ਤੋਂ ਵੀ ਇਹਨੂੰ ਵੱਖਰੇ ਤਰ੍ਹਾਂ ਦੇਖਣ ਦੀ ਲੋੜ ਹੈ। ਇੱਕ ਵਿਧਾਇਕਾਂ ਦੇ ਨਾਤੇ ਵੀ ਇਸ ਨੂੰ, ਵਿਧਾਇਕ ਹੋਣ ਦੇ ਨਾਤੇ, MLA ਨਾਤੇ ਵੀ ਵੱਖਰੇ ਦੇਣ। ਇਹ ਹਾਈ ਪ੍ਰੋਫਾਈਲ ਕੇਸ ਵੀ ਹੈ ਔਰ ਇੰਟਰਨੈਸ਼ਨਲ ਮਸਲਾ ਵੀ ਹੈ। ਸੋ ਇਸ ਲਈ ਇਸ ਮਸਲੇ ਤੇ ਪੁਲਿਸ ਦੀ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਹੈ। ਪਰ ਸਰਕਾਰ ਸਾਡੀ ਹਰ ਮਸਲੇ ਤੇ ਚੁੱਪ ਕਿਉਂ ਰਹਿੰਦੀ ਹੈ? ਖਾਸ ਕਰ ਜਦੋਂ ਆਪਣਿਆਂ ਦੀ ਵਾਰੀ ਆਉਂਦੀ ਹੈ ਫਿਰ ਚੁੱਪ ਵੱਟ ਲੈਂਦੀ ਹੈ। ਇਸ ਲਈ ਜੀ ਪਹਿਲਾਂ ਬੀਬੀ ਮਾਣੂਕੇ ਵਿੱਚ NRI, ਇੱਕ ਅਸ਼ੋਕ ਕੁਮਾਰ ਤੇ ਹੁਣ ਕਰਮ ਸਿੰਘ। ਕੋਠੀ ਇੱਕ ਹੈ, ਇੱਕ ਅਨਾਰ 100 ਬਿਮਾਰ ਹੈ, ਜੇ ਪਤਾ ਨਹੀਂ ਕੋਈ ਹੋਰ ਮਾਲਕ ਨਾ ਜੰਮ ਜਾਵੇ ਆਉਂਦੇ ਦਿਨਾਂ 'ਚ। ਬਿਲਕੁਲ ਤਾਂ ਦੀਪ ਜੀ ਰਹਿੰਦੇ ਮਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਹਾਂ। ਆਪਾਂ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਇਸ ਤੇ ਗੱਲਬਾਤ ਕਰ ਚੁੱਕੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੇ 700 ਵਿਦਿਆਰਥੀ ਸੀ ਜਿਨ੍ਹਾਂ ਨੂੰ ਡਿਪੋਰਟ ਕਰਨ ਦੀ ਚਰਚਾ ਕਾਫੀ ਛਿੜੀ ਹੋਈ ਸੀ, ਤੇ ਹੁਣ ਕੈਨੇਡਾ ਸਰਕਾਰ ਨੇ ਪੱਕਾ ਕਰਤਾ ਹੈ ਕਿ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ। ਵੱਡੀ ਰਾਹਤ ਮੰਨ ਸਕਦੇ ਉਹਨਾਂ ਵਿਦਿਆਰਥੀਆਂ ਦੇ ਲਈ ਜੋ ਲਗਾਤਾਰ ਇਹ 605 ਸੀ ਕ੍ਰੀਏਟ ਕਿ ਸਾਨੂੰ ਬਾਹਰ ਉੱਥੇ ਰਹਿਣ ਦਿੱਤਾ ਜਾਵੇਗਾ ਜਾਂ ਸਾਨੂੰ ਵਾਪਸ ਭੇਜ ਦਿੱਤਾ ਜਾਵੇਗਾ। ਬਿਲਕੁਲ ਜੀ, ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਵੱਡੀ ਰਾਹਤ ਹੈ ਜੀ। 700 ਦੇ ਕਰੀਬ ਵਿਦਿਆਰਥੀਆਂ ਦਾ ਮਾਮਲਾ ਹੈ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਸਪਸ਼ਟ ਕਿਹਾ ਕਿ ਅਸੀਂ ਜਿਹੜੇ ਬੱਚਿਆਂ ਨਾਲ ਧੋਖਾਧੜੀ ਹੋਈ ਹੈ ਜੀ ਔਰ ਜਿਨ੍ਹਾਂ ਨਾਲ ਖਿਲਵਾੜ ਹੋਇਆ, ਅਸੀਂ ਉਹਨਾਂ ਦੇ ਜੀਵਨ ਨੂੰ ਦੇਖਦੇ ਹੋਇਆ ਉਹਨਾਂ ਨੂੰ ਇੱਥੇ ਪਰਮਾਨੈਂਟ ਰੱਖਾਂਗੇ, ਉਹਨਾਂ ਨੂੰ ਡਿਵੋਰਟ ਨਹੀਂ ਕਰਾਂਗੇ। ਪਰ ਜਿਹੜੇ ਇਸ ਕੇਸ ਦੇ ਵਿੱਚ ਹੋਰ ਫਰਜ਼ੀ ਤਰੀਕੇ ਨਾਲ ਆਏ ਹੋਏ ਉਹਨਾਂ ਨੂੰ ਬਖਸ਼ਾਂਗੇ ਵੀ ਨਹੀਂ। ਇਹਦਾ ਮਤਲਬ ਇਹ ਨਹੀਂਗਾ ਕਿ 700 ਹੀ ਉੱਥੇ ਰਹਿਣਗੇ ਜਾਂ 700 ਪਲੱਸ ਜਿਹੜੇ ਹੋਣਗੇ, ਜਿਨ੍ਹਾਂ ਨਾਲ ਦਾਖਲੇ 'ਚ, ਐਡਮਿਸ਼ਨ ਸਮੇਂ ਕਾਗਜ਼ੀ ਤੌਰ ਦੇ ਉੱਤੇ, ਚਾਹੇ ਯੂਨੀਵਰਸਿਟੀ ਪੱਧਰ ਤੇ, ਕਾਲਜ ਪੱਧਰ ਤੇ ਜਾਂ ਏਜੰਟ ਪੱਧਰ ਤੇ ਕੋਈ ਧੋਖਾ ਹੋਊਗਾ, ਉਹਨਾਂ ਦਾ ਕੇਸ ਹੋਰ ਤਰ੍ਹਾਂ ਬਚਿਆ ਜਾਊਗਾ। ਜਿਨ੍ਹਾਂ ਨੇ ਆਪ ਕੋਈ ਫਰਜ਼ੀਵਾੜਾ ਕੀਤਾ, ਆਪ ਕੋਈ ਖੇਡ ਰਚਾਈ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਪੱਕਾ ਹੋਣ ਨੂੰ ਫਿਰਦੇ ਨੇ, ਉਹਨਾਂ ਦਾ ਇਹ ਮਾਮਲਾ। ਜੇ ਸੋਚਣ ਕਿ ਧਰਨੇ 'ਚ ਮੈਂ ਵੀ ਬੈਠ ਜਾਊਗਾ, ਮੈਂ ਵੀ ਬਚ ਜਾਊਗਾ। ਸੋ ਇਸ ਲਈ ਇਹ ਤੈਅ ਨਹੀਂਗਾ ਜੀ ਕਿ 700 ਜਾਂ 700 ਪਲੱਸ ਉੱਥੇ ਹੀ ਰਹਿਣਗੇ। ਹਾਂ, ਉਹਨਾਂ 'ਚੋਂ ਜਿਹੜੇ ਇਸ ਕੇਸ ਵਾਲੇ ਨੇ ਉਹ ਜ਼ਰੂਰ ਉੱਥੇ ਰਹਿਣਗੇ, ਕਿਉਂਕਿ ਮਾਮਲਾ ਸੰਸਦ 'ਚ ਵੀ ਆ ਗਿਆ ਸੀ, ਪਾਰਟੀਆਂ ਵੀ ਹੱਕ 'ਚ ਆ ਗਈਆਂ ਸੀ। 2025 'ਚ ਉੱਥੇ ਦੀਆਂ ਆਮ ਚੋਣਾਂ ਵੀ ਨੇ। ਇਸ ਲਈ ਸਾਰੇ ਪਹਿਲੂ ਨੂੰ ਦੇਖਦੇ ਹਾਂ ਉੱਥੋਂ ਦੀ ਸਰਕਾਰ ਨੇ ਫੈਸਲਾ ਲਿਆ ਕਿ ਜਿਹੜਾ ਦਾ ਜੈਨੂਅਨ ਕੇਸ ਹੈ ਔਰ ਜਿਹਨਾਂ ਨਾਲ ਧੋਖਾਧੜੀ ਹੋਈ ਹੈ, ਉਹ ਵਿਦਿਆਰਥੀਆਂ ਨੂੰ ਡਿਪੋਰਟ ਨਹੀਂ ਕਰਾਂਗੇ, ਉਹਨਾਂ ਨੂੰ ਇੱਥੇ ਹੀ ਰੱਖਾਂਗੇ। ਔਰ ਜਿਹੜੇ ਇਸ ਦੇ ਵਿੱਚ ਕਿਸੇ ਹੋਰ ਪਹਿਲੂ ਨਾਲ ਸ਼ਾਮਲ ਨੇ, ਉਹਨਾਂ ਦੇ ਉੱਤੇ ਕੇਸ ਵੱਖਰੀ ਤਰ੍ਹਾਂ ਚੱਲੂਗਾ, ਉਹਨਾਂ ਦਾ ਮਾਮਲਾ ਵੱਖਰੀ ਤਰ੍ਹਾਂ ਹੋਊਗਾ ਔਰ ਉਹਨਾਂ ਨੂੰ ਵਾਪਸ ਵੀ ਭੇਜਿਆ ਜਾ ਸਕਦਾ। ਬਿਲਕੁਲ ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥ ਜੀ ਨਾਲ ਖਬਰਾਂ ਤੇ ਅਹਿਮ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ TV। ਸਤਿ ਸ਼੍ਰੀ ਅਕਾਲ।